ਵੈਲਕਮ ਟੂ ਬਾਲਾ ਐਜੂਕੇਸ਼ਨ ਪੁਆਇੰਟ। ਬਾਲਾ ਐਜੂਕੇਸ਼ਨ ਪੁਆਇੰਟ ਦੇ ਚੈਨਲ ਤੇ ਤੁਹਾਡਾ ਸਵਾਗਤ ਕਰਦਾ ਹਾਂ। ਜਿਸ ਤਰ੍ਹਾਂ ਬੱਚੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਗਵਰਨਮੈਂਟ ਨੇ ਆਰਟ ਐਂਡ ਕਰਾਫਟ ਦੀਆਂ 250 ਦੇ ਕਰੀਬ ਵੈਕੈਂਸੀਜ਼ ਆਊਟ ਕੀਤੀਆਂ ਸੀਗੀਆਂ। 250 ਦੇ ਕਰੀਬ ਵੈਕੈਂਸੀਜ਼ ਆਊਟ ਕੀਤੀਆਂ ਸੀਗੀਆਂ, ਜਿਹਦਾ ਆਲਰੇਡੀ ਤੁਹਾਡੇ ਸਾਹਮਣੇ ਸਿਲੇਬਸ ਵੀ ਆ ਚੁੱਕਿਆ ਸੀ। ਅਗਰ ਕਿਸੇ ਬੱਚੇ ਨੇ ਜਾਂ ਕਿਸੇ ਸਟੂਡੈਂਟ ਨੇ ਇੰਟਰਸਟਿਡ ਸੀ ਔਰ ਨਾ ਹੀ ਉਸ ਚੀਜ਼ ਦਾ ਪਤਾ ਲੱਗਾ ਉਹ ਸਿਲੇਬਸ ਕਦੋਂ ਆਊਟ ਕੀਤਾ ਸੀ, ਤਾਂ ਬਾਲਾ ਐਜੂਕੇਸ਼ਨ ਪੁਆਇੰਟ ਦੇ ਚੈਨਲ ਤੇ ਜਾ ਕੇ ਇਸ ਦੀ ਫਸਟ ਵੀਡੀਓ ਹੈ ਆਰਟ ਐਂਡ ਕਰਾਫਟ ਦੀ, ਜਿਹਦੇ ਵਿੱਚ ਸਾਰਾ 15 ਜਾਂ 20 ਮਿੰਟ ਦੀ ਵੀਡੀਓਜ਼ ਹੈ ਉਹ ਤੁਹਾਡੀ ਆਪਣੀ, ਜਿਹਦੇ ਵਿੱਚ ਤੁਹਾਡੇ ਆਪਣੇ ਆਰਟ ਐਂਡ ਕਰਾਫਟ ਦਾ ਸਿਲੇਬਸ ਦੀ ਵੀਡੀਓ ਅਲੱਗ ਬਣਾ ਦਿੱਤੀ ਗਈ ਸੀ। ਅਗਰ ਫਿਰ ਵੀ ਕਿਸੇ ਬੱਚੇ ਨੂੰ ਸਟੂਡੈਂਟਸ ਨੂੰ ਕੋਈ ਵੀ ਉਹ ਵੀਡੀਓ ਨਹੀਂ ਮਿਲਦੀ ਬਈ, ਜਾਂ ਫਿਰ ਆਰਟ ਐਂਡ ਕਰਾਫਟ ਦੀ ਵੀਡੀਓ ਦੇਖਣ ਤੋਂ ਬਾਅਦ ਕਾਫੀ ਸਾਰੇ ਡਾਊਟਸ ਬੱਚੇ ਦੇ ਕ੍ਰੀਏਟ ਹੋ ਰਹੇ ਮਨ ਦੇ ਵਿੱਚ, ਜਾਂ ਉਹ ਅੜਕਿਆ ਹੋਇਆ ਕਿਸੇ ਕਾਰਨ, ਜਾਂ ਪਜ਼ਲ ਹੈ, ਕਨਫਿਊਜ਼ ਹੈ ਕਿ ਵਾਕਈ ਦਾ ਸਿਲੇਬਸ ਕੀ ਹੋਊਗਾ, ਕਿ ਪੂਰਾ ਸਿਲੇਬਸ ਜੈਨੂਨ ਹੈ ਜਾਂ ਨਹੀਂ ਹੈ, ਜਾਂ ਫਿਰ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਕਿਸ ਚੀਜ਼ ਨੂੰ ਜੁਆਇਨਿੰਗ ਕਰਨ ਦੇ ਵਿੱਚ, ਤਾਂ ਇਸ ਵੀਡੀਓ ਦੇ ਨੀਚੇ ਤੁਹਾਨੂੰ ਇੱਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇੱਕ WhatsApp ਦਾ ਨੰਬਰ ਮਿਲੇਗਾ। ਅਗਰ ਉਹ ਨੰਬਰ ਨਹੀਂ ਮਿਲ ਰਿਹਾ ਕਿਸੇ ਬੱਚੇ ਨੂੰ ਤਾਂ ਨੰਬਰ ਉਹ ਇਹ ਹੈ 9646810103। ਉਸ ਤੋਂ ਬਾਅਦ ਇਸ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਇੱਕ ਲਿੰਕ ਮਿਲੇਗਾ। ਉਹ ਲਿੰਕ ਹੈ ਤੁਹਾਡੇ ਆਪਣੇ WhatsApp ਦਾ ਲਿੰਕ, ਠੀਕ ਹੈ ਜੀ। ਉਹ ਤੁਹਾਡੇ ਆਪਣੇ WhatsApp ਦਾ ਲਿੰਕ ਹੈ, ਜਿਹਦੇ ਵਿੱਚ ਤੁਹਾਡੇ ਆਪਣੇ ਆਰਟ ਐਂਡ ਕਰਾਫਟ ਵਾਲੇ ਬੱਚਿਆਂ ਦਾ ਇੱਕ ਗਰੁੱਪ ਬਣਾ ਦਿੱਤਾ ਗਿਆ ਹੈ। ਇਹ ਜਿਹੜਾ ਗਰੁੱਪ ਹੋਏਗਾ ਇਹ ਫ੍ਰੀ ਗਰੁੱਪ ਹੋਏਗਾ। ਫ੍ਰੀ ਗਰੁੱਪ ਮਤਲਬ ਜਿਹਦੇ ਵਿੱਚ ਕੋਈ ਵੀ ਤੁਹਾਨੂੰ ਪ੍ਰੋਬਲਮ ਨੇ ਤਾਂ ਤੁਸੀਂ ਆਪਣੀ ਪ੍ਰੋਬਲਮ ਦੱਸ ਸਕਦੇ ਹੋ, ਠੀਕ ਹੈ। ਇਸ ਫ੍ਰੀ ਗਰੁੱਪ ਦੇ ਵਿੱਚ ਤੁਸੀਂ ਇਸ ਫ੍ਰੀ ਗਰੁੱਪ ਨੂੰ ਵੱਧ ਤੋਂ ਵੱਧ ਜੁਆਇਨ ਕਰਨਾ ਹੈ ਔਰ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਹੈ, ਤਾਂ ਕਿ ਜੋ ਬੱਚਾ ਆਰਟ ਐਂਡ ਕਰਾਫਟ ਦੀ ਜਿਹਨੇ ਵੈਕੈਂਸੀਜ਼ ਜਿਹੜੀ ਪੰਜਾਬ ਗਵਰਨਮੈਂਟ ਕਰਨੀ ਤੋਂ 250 ਦੀਆਂ ਅਨਾਊਂਸਮੈਂਟ ਹੋਈ ਸੀ, ਉਸ ਦੇ ਵਿੱਚ ਪੇਪਰ ਭਰਨ ਵਾਸਤੇ ਇੰਟਰਸਟਿਡ ਹੈ ਬਟ ਉਹ ਬੱਚਾ ਤਿਆਰੀ ਨਹੀਂ ਕਰ ਪਾ ਰਿਹਾ, ਤਾਂ ਤੁਸੀਂ ਬਾਲਾ ਐਜੂਕੇਸ਼ਨ ਪੁਆਇੰਟ ਨੂੰ ਜੁਆਇਨ ਕਰ ਸਕਦੇ ਹੋ। ਜਿੱਥੇ ਬਾਲਾ ਐਜੂਕੇਸ਼ਨ ਪੁਆਇੰਟ ਕਰਨੀ ਤੋਂ ਉਹਨਾਂ ਦੀ ਐਪ ਦੇ ਵਿੱਚ ਆਨਲਾਈਨ ਕਲਾਸਿਸ ਦਿੱਤੀ ਜਾ ਰਹੀਆਂ ਨੇ, ਜਿਹਦੇ ਵਿੱਚ ਪ੍ਰੋਪਰ ਤੁਹਾਨੂੰ ਇੱਕ PDF ਨੋਟਸ ਮਿਲਣਗੇ, ਪਲੱਸ ਤੁਹਾਨੂੰ ਉਹਨਾਂ ਦੇ ਰਿਲੇਟਿਡ MCQs ਮਿਲਣਗੇ। ਜਿਹੜੇ PDF ਨੋਟਸ ਨੇ ਉਹ ਥਿਓਰੇਟੀਕਲ ਵਾਈਜ਼ ਨੇ ਔਰ MCQs ਨੇ ਉਸ ਟੌਪਿਕ ਦੇ ਰਿਲੇਸ਼ਨ ਦੇ ਅਕੋਰਡਿੰਗ ਰਿਲੇਟਿਡ ਤੁਹਾਨੂੰ ਕੀ ਮਿਲਣਗੇ, ਕੁਐਸਚਨਸ ਮਿਲਣਗੇ। ਔਰ ਨਾਲ ਇੱਕ ਇਹਨਾਂ ਦੇ ਰਿਲੇਟਿਡ ਇੱਕ ਟੈਸਟ ਸੀਰੀਜ਼ ਪਾਈ ਜਾਊਗੀ, ਠੀਕ ਹੈ, ਜਿਹਦੇ ਵਿੱਚ ਬਤੌਰ ਹਰੇਕ ਬੱਚੇ ਦਾ ਲਾਈਵ ਟੈਸਟ ਲਿੱਤਾ ਜਾਊਗਾ, ਜਿਹਦੇ ਵਿੱਚ ਸਾਰਾ ਜਿਹੜਾ ਸਬਜੈਕਟ ਮੈਟਰ ਹੋਏਗਾ ਇੱਕ ਟੈਸਟ ਸੀਰੀਜ਼ ਦੇ ਅਕੋਰਡਿੰਗ ਲਾਂਚ ਕੀਤਾ ਜਾਊਗਾ, ਠੀਕ ਹੈ ਜੀ। ਅਗਰ ਕੋਈ ਵੀ ਬੱਚਾ ਇੰਟਰਸਟਿਡ ਹੈ ਤਾਂ ਤੁਸੀਂ ਦੁਬਾਰਾ ਤੋਂ ਨੰਬਰ ਮੈਂ ਕੰਟੈਕਟ ਨੰਬਰ ਲਿਖ ਦੇਣਾ, ਉਹ ਕੰਟੈਕਟ ਨੰਬਰ ਹੈ 9646810103 ਤੇ ਇਹਦੇ ਉੱਤੇ ਕੋਈ ਵੀ ਤੁਸੀਂ ਕਾਲ ਕਰ ਸਕਦੇ ਹੋ ਜਾਂ ਮੈਸੇਜ ਕਰ ਸਕਦੇ ਹੋ। ਕਾਲ ਔਰ ਮੈਸੇਜ ਦਾ ਜਵਾਬ ਜੋ ਵੀ ਹੋਏਗਾ 9 ਤੋਂ 5 PM ਤੱਕ ਤੁਸੀਂ ਕਦੋਂ ਮਰਜ਼ੀ ਫੋਨ ਕਰ ਸਕਦੇ ਹੋ, ਠੀਕ ਹੈ ਜੀ। ਉਸ ਤੋਂ ਬਾਅਦ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਆਰਟ ਐਂਡ ਕਰਾਫਟ ਦੀ ਸਾਡੇ ਬਾਲਾ ਐਜੂਕੇਸ਼ਨ ਪੁਆਇੰਟ ਕਰਨੀ ਤੋਂ ਫਸਟ ਵੀਡੀਓ ਆਲਰੇਡੀ ਅਪਲੋਡ ਕਰ ਦਿੱਤੀ ਗਈ ਸੀ YouTube ਚੈਨਲ ਦੇ ਉੱਤੇ। ਅਗਰ ਕੋਈ ਬੱਚਾ ਨਹੀਂ ਦੇਖ ਪਾਇਆ ਤਾਂ ਦੁਬਾਰਾ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਬਾਲਾ ਐਜੂਕੇਸ਼ਨ ਪੁਆਇੰਟ ਤੇ ਜਾ ਕੇ ਆਰਟ ਐਂਡ ਕਰਾਫਟ ਉੱਪਰ ਲਿਖ ਕੇ ਸਿਲੇਬਸ ਨੋਟ ਕਰਕੇ ਸਭ ਤੋਂ ਪਹਿਲਾਂ ਵੀਡੀਓ ਸਾਡੀ ਮਿਲ ਜੇਗੀ ਤੁਹਾਨੂੰ ਬਾਲਾ ਐਜੂਕੇਸ਼ਨ ਪੁਆਇੰਟ ਦੀ। ਉਹਦੇ ਵਿੱਚ ਤੁਹਾਨੂੰ ਸਿਲੇਬਸ ਆਲਰੇਡੀ ਸਾਰਾ ਦੱਸਿਆ ਵੀ ਕਿਹੜਾ ਕਿਹੜਾ ਸਿਲੇਬਸ ਤੁਹਾਨੂੰ ਆਉਣਾ ਹੈ। ਬੇਸਿਕਲੀ ਅਗਰ ਮੈਂ ਗੱਲ ਕਰਾਂ ਤਾਂ ਉਹਦੇ ਵਿੱਚ ਜਿਹੜੀ ਕੁਆਲੀਫਿਕੇਸ਼ਨ ਦੱਸੀ ਗਈ ਹੈ ਉਹ ਵੈਸੇ ਤੁਹਾਨੂੰ ਤੁਹਾਡੇ ਸਿਲੇਬਸ ਦੇ ਅਕੋਰਡਿੰਗ BA ਵਿਦ BEd ਦੱਸੀ ਗਈ ਹੈ। ਇਟ ਮੀਨ ਕਿ ਤੁਹਾਨੂੰ ਇਹਦੇ ਵਿੱਚ ਕਿਤੇ ਵੀ ਪੋਸਟ ਗ੍ਰੈਜੂਏਸ਼ਨ ਦਾ ਜਾਂ ਕੋਈ ਵੀ ਟੈਟ ਔਰ ਟੈਟ ਪਾਸ ਵਗੈਰਾ ਦੀ ਕੋਈ ਵੀ ਇਹਦੇ ਵਿੱਚ ਐਲੀਜੀਬਿਲਿਟੀ ਨਹੀਂ ਦੱਸੀ ਗਈ ਹੈ। ਇਹ ਧਿਆਨ ਰੱਖਣਾ। ਵੀਡੀਓਜ਼ ਦੇ ਵਿੱਚ ਫਸਟ ਵੀਡੀਓ ਜੋ ਆਰਟ ਐਂਡ ਕਰਾਫਟ ਦੀ ਤੁਹਾਡੇ ਸਾਹਮਣੇ ਸਿਲੇਬਸ ਵਿੱਚ ਅਕੋਰਡਿੰਗ ਦੱਸੀ ਗਈ ਸੀ, ਉਹ 'ਚ ਸਾਰਾ ਓਵਰਆਲ ਸਾਰਾ ਦੱਸਿਆ ਗਿਆ ਹੈ। ਅੱਜ ਉਸੇ ਸਿਲੇਬਸ ਦੇ ਵਿੱਚ ਉਠਾ ਕੇ ਇੱਕ ਛੋਟਾ ਜਿਹਾ ਟੌਪਿਕ ਲੈ ਕੇ ਆ ਰਿਹਾ ਤੁਹਾਡੇ ਸਾਹਮਣੇ, ਜੋ ਸਾਡਾ ਨਾਮ ਹੈ, ਜਿਸ ਟੌਪਿਕ ਦਾ ਨਾਮ ਹੈ ਬੰਗਾਲ ਸਕੂਲ ਆਫ ਆਰਟ। ਪਹਿਲੀ ਗੱਲ ਦੱਸ ਦੇਣਾ, ਜੋ ਤੁਹਾਡੇ ਆਪਣੇ ਥਿਓਰੈਟੀਕਲ ਜੋ ਹੈ ਥਿਊਰੀ ਹੈ ਸਾਰੀ ਅਪਡੇਟਡ ਥਿਊਰੀ ਹੈ, ਕਿਉਂਕਿ ਜੋ ਹਿਸਟਰੀ ਪਾਰਟ ਹੁੰਦਾ ਕਦੀ ਵੀ ਅਪਡੇਟ ਨਹੀਂ ਹੁੰਦਾ। ਉਹ ਜਿਵੇਂ ਐਂਸ਼ੀਅੰਟ ਟਾਈਮ ਤੋਂ ਚੱਲਦਾ ਆ ਰਿਹਾ, ਐਂਸ਼ੀਅੰਟ ਟਾਈਮ ਤੋਂ ਹੀ ਅਪਡੇਟਡ ਹੁੰਦਾ। ਆਈ ਮੀਨ ਟੂ ਸੀ ਉਸ 'ਚ ਕਿਹੜੀ ਚੇਂਜਿਸ ਹੋਈਆਂ ਉਹ ਚੀਜ਼ ਹੋ ਸਕਦੀਆਂ ਨੇ, ਲੇਕਿਨ ਥਿਊਰੀ ਜੋ ਇੱਕ ਹਿਸਟਰੀ ਵਾਂਗ ਹੈ, ਕਹਾਣੀ ਵਾਂਗ ਹੈ, ਉਹ ਕਦੀ ਵੀ ਚੇਂਜ ਨਹੀਂ ਹੁੰਦੀ। ਉਹਦੇ ਵਿੱਚ ਅਗਰ ਤੁਸੀਂ ਸਿਲੇਬਸ ਚੈੱਕ ਕਰ ਲਿੱਤਾ ਹੋਊਗਾ ਜਾਂ ਕੋਈ ਬੱਚਾ ਸਿਲੇਬਸ ਚੈੱਕ ਕਰਨ ਤੋਂ ਬਾਅਦ ਅਗਰ ਸਿਲੇਬਸ ਦੇਖ ਰਿਹਾ ਹੋਏਗਾ ਤਾਂ ਉਹਦੇ ਵਿੱਚ ਇੱਕ ਮਾਡਰਨ ਪੇਂਟਿੰਗਸ ਦਾ ਟੌਪਿਕ ਹੈ। ਮਾਡਰਨ ਪੇਂਟਿੰਗ ਆਈ ਮੀਨ ਟੂ ਬੇਸਡ ਹੈ ਤੁਹਾਡੇ ਆਪਣੇ ਕਿਹਦੇ ਉੱਤੇ, ਬੰਗਾਲ ਸਕੂਲ ਆਫ ਆਰਟ ਦੇ ਉੱਤੇ। ਉਹਦੇ ਵਿੱਚ ਇੱਕ ਪੇਂਟਿੰਗ ਦੀ ਗੱਲ ਕਰੀਏ ਤਾਂ 4-5 ਪੇਂਟਿੰਗ ਦੀ ਹਿਸਟਰੀ ਦੱਸੀ ਗਈ ਹੈ। ਕੰਪਨੀ ਸਕੂਲ ਕੀ ਹੁੰਦੇ ਆ, ਕੰਪਨੀ ਸਕੂਲ ਦੇ ਨੀਚੇ ਹੀ ਅਗਲਾ ਟੌਪਿਕ ਮਿਲੂਗਾ ਤੁਹਾਨੂੰ ਬੰਗਾਲ ਸਕੂਲ ਆਫ ਆਰਟ ਦਾ, ਠੀਕ ਹੈ ਜੀ। ਪਹਿਲਾਂ ਦੇਖੋ ਇਸ ਵੀਡੀਓ ਦੇ ਵਿੱਚ ਅਸੀਂ ਕਿਹੜੇ ਟੌਪਿਕ ਜਿਹੜੇ ਕਵਰ ਕਰਾਂਗੇ
ਬੇਗੋਲ ਸਕੂਲ ਆਫ ਆਰਟ ਦੇ ਵਿੱਚ ਜਿਹੜੇ ਟੌਪਿਕ ਕੰਪਲੀਟ ਕੀਤੇ ਜਾਣਗੇ, ਕਵਰ ਕੀਤੇ ਜਾਣਗੇ, ਕੋਈ ਟੌਪਿਕ ਕਿਹੜੇ ਨੇ। ਫਸਟ ਆਫ ਆਲ ਅਗਰ ਗੱਲ ਕਰਾਂ ਤਾਂ ਇੰਟਰੋਡਕਸ਼ਨ ਪਾਰਟ ਇਹਦਾ ਬਹੁਤ ਇੰਪੋਰਟੈਂਟ ਹੈ ਕਿ ਕੌਣ ਇਹਦੇ ਪੁਆਇਨਰ ਸੀ, ਕਿੰਨੇ ਨੇ ਇਹਨੂੰ ਜਨਮ ਦਿੱਤਾ ਸੀ, ਕੌਣ ਫਾਊਂਡਰ ਸੀਗੇ। ਦੈਨ ਉਸ ਤੋਂ ਸੈਕੰਡ ਪੁਆਇੰਟ ਆਉਂਦਾ ਸਾਡਾ ਇਹਦੀ ਓਰੀਜੀਨੇਸ਼ਨ ਕਿਸ ਤਰ੍ਹਾਂ ਹੋਈ ਔਰ ਡਿਵੈਲਪਮੈਂਟ ਕਿਸ ਤਰ੍ਹਾਂ ਹੋਈ। ਬੇਗੋਲ ਸਕੂਲ ਦਾ ਸਬਜੈਕਟ ਮੈਟਰ ਕੀ ਹੋਏਗਾ, ਕਰੈਕਟਰਿਸਟਿਕਸ ਕੀ ਹੋਣਗੇ। ਤੁਹਾਨੂੰ ਪਤਾ ਜਿੱਥੇ ਇੱਕ ਕਰੈਕਟਰਿਸਟਿਕਸ ਆਉਂਦੇ ਨੇ ਉੱਥੇ ਇੱਕ ਉਹਦੇ ਡਿਸਐਡਵਾਂਟੇਜ ਵੀ ਆਉਣਗੇ, ਆਈ ਮੀਨ ਟੂ ਉੱਥੇ ਉਹਦੀ ਚੀਜ਼ ਦਾ ਕੀ ਆਊਗਾ, ਡਰੋਬੈਕ ਵੀ ਆਊਗਾ। ਉਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਨੈਸ਼ਨਲ ਫਰੀडम ਸਟਰਗਲ ਦੀ, ਕਿਉਂਕਿ ਭਾਰਤ ਇਹ ਆਜ਼ਾਦ ਹੋਣਾ ਸੀ ਤਾਂ ਓਬਵੀਅਸ ਭਾਰਤ ਆਜ਼ਾਦ ਹੋਣ ਤੋਂ ਪਹਿਲਾਂ ਜਿਹੜੇ ਸਾਡੇ ਆਪਣੇ ਭਾਰਤ ਦੇ ਉੱਤੇ ਰਾਜ ਕਰਦੇ ਸੀ ਬ੍ਰਿਟਿਸ਼ਰਸ, ਜਿਹਨੂੰ ਅਸੀਂ ਬੋਲਦੇ ਹਾਂ ਫੋਰਨਰਸ ਜਾਂ ਅੰਗਰੇਜ਼ ਬੋਲਦੇ ਹਾਂ, ਤਾਂ ਉਹਨਾਂ ਦੀ ਉਸ ਆਜ਼ਾਦੀ ਦੇ ਵਿੱਚ ਲੈਣ ਵਾਸਤੇ ਸਾਡੇ ਇੰਡੀਅਨ ਆਰਟਿਸਟ ਕਿਹੜੇ ਇੰਡੀਅਨ ਆਰਟਿਸਟ ਸੀ ਉਹਦੀ ਗੱਲ ਕੀਤੀ ਜਾਊਗੀ। ਲਾਈਕ ਨੰਦ ਲਾਲ ਕਿਸ਼ੋਰ ਨੇ, ਰਵਿੰਦਰਨਾਥ ਟੈਗੋਰ ਨੇ, ਅਮਰਿੰਦਰਨਾਥ ਟੈਗੋਰ ਨੇ, ਉਹਨਾਂ ਦੇ ਜੋ ਨੈਫਿਊ ਲੱਗਦੇ ਸੀਗੇ। ਦੈਨ ਉਸ ਤੋਂ ਬਾਅਦ EM ਹੈਵਲ ਨੇ, ਉਹਨਾਂ ਦੇ ਇੰਡੀਅਨ ਆਰਟਿਸਟ ਦਾ ਕੰਟਰੀਬਿਊਸ਼ਨ ਦੱਸਾਂਗੇ ਨੈਸ਼ਨਲ ਫਰੀडम ਸਟਰਗਲ ਦੇ ਵਿੱਚ। ਦੈਨ ਉਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਭਾਰਤ ਮਾਤਾ ਕੀ ਜੈ, ਸਭ ਨੂੰ ਪਤਾ ਕੀ ਹੁੰਦਾ ਹੈ। ਇਹ ਭਾਰਤ ਮਾਤਾ ਜੀ ਦਾ ਜਿਹੜਾ ਪਿਕਚਰਾਈਜੇਸ਼ਨ ਦਿੱਤੀ ਗਈ ਸੀ, ਉਹਨਾਂ ਦੀ ਪੇਂਟਿੰਗ ਕੰਸਟਰਕਟ ਕੀਤੀ ਗਈ ਸੀ, ਬਣਾਈ ਗਈ ਸੀ। ਉਹ ਪੇਂਟਿੰਗ ਭਾਰਤ ਮਾਤਾ ਦੀ ਜਿਹੜੀ ਪੇਂਟਿੰਗ ਡਿਪਿਕਟ ਕੀ ਕਰਦੀ ਹੈ, ਉਹਨਾਂ ਦੇ 4 ਹੱਥ ਨੇ, ਠੀਕ ਹੈ। 4 ਹੱਥਾਂ ਦੇ ਵਿੱਚ ਕਿੱਥੇ ਇੱਕ ਹੱਥ ਦੇ ਵਿੱਚ ਰੋਜ਼ਰੀ ਹੈ, ਦੂਸਰੇ ਹੱਥ ਦੇ ਵਿੱਚ ਕਾਂ ਫੜਿਆ ਹੋਇਆ ਜਿਹਨੂੰ ਅਸੀਂ ਗਰਾਸ ਬੋਲਦੇ ਹਾਂ, ਥਰਡ ਹੱਥ ਦੇ ਵਿੱਚ ਇੱਕ ਬੁੱਕ ਫੜੀ ਹੋਈ ਹੈ ਔਰ ਫੋਰਥ ਹੱਥ ਦੇ ਵਿੱਚ ਉਹਨਾਂ ਨੇ ਇੱਕ ਕੱਪੜਾ ਪਕੜਿਆ ਹੋਇਆ ਹੈ। ਉਹ ਚਾਰੋਂ ਸਿੰਬਲ ਕੀ ਦੱਸਦੇ ਨੇ, ਉਹ ਸਾਰੀ ਚੀਜ਼ਾਂ ਦੇਖਾਂਗੇ। ਭਾਰਤ ਮਾਤਾ ਕੀ ਜਿਹੜੀ ਕੰਟਰੀਬਿਊਸ਼ਨ ਆਰਟਿਸਟ ਉਹ ਕੌਣ ਸੀਗੇ, ਤੁਹਾਡੇ ਸਾਹਮਣੇ ਅਮਰਿੰਦਰਨਾਥ ਟੈਗੋਰ ਸੀ ਔਰ ਅੰਮ੍ਰਿਤਾ ਸ਼ੇਰਗਿਲ ਸੀ। ਇਹ ਤੁਹਾਡੇ ਆਪਣੇ ਇੰਡੀਅਨ ਆਰਟਿਸਟ ਸੀਗੇ ਜਿਨ੍ਹਾਂ ਨੇ ਨੈਸ਼ਨਲ ਫਰੀडम ਸਟਰਗਲ ਦੇ ਵਿੱਚ ਬਤੌਰ ਅਗਰ ਮੈਂ ਗੱਲ ਕਰਾਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਪਾਰਟੀ ਦੇ ਵਿੱਚ ਬਹੁਤ ਜ਼ਿਆਦਾ ਕੰਟਰੀਬਿਊਟ ਕੀਤਾ ਸੀ ਆਪਣਾ। ਦੈਨ ਉਸ ਤੋਂ ਬਾਅਦ ਦੂਸਰੇ ਪੁਆਇੰਟ ਕੀ ਨੇ, ਅਦਰ ਆਰਟਿਸਟ ਕੰਟਰੀਬਿਊਸ਼ਨ। ਇਸ 'ਚ ਹੋਰ ਕਿਹੜੇ ਆਉਣਗੇ, ਲਾਈਕ ਜਿਵੇਂ ਕਿ ਮੈਂ ਤੁਹਾਨੂੰ ਆਲਰੇਡੀ ਪਹਿਲੇ ਨਾਮ ਦੱਸ ਚੁੱਕਿਆ ਸੀ, ਨੰਦ ਲਾਲ ਘੋਸ਼ ਬਹੁਤ ਹਿਸਟਰੀ ਹੈ, ਰਿਨਾਊਂਡ ਹਿਸਟੋਰੀਅਨ ਨੇ। ਉਹਨਾਂ ਦੀ ਗੱਲ ਯਾਦ, ਉਹਨਾਂ ਦੀ ਜੋ ਕੰਮ ਕੀਤੇ ਸੀ ਨੈਸ਼ਨਲ ਕਾਂਗਰਸ ਦੇ ਵਿੱਚ ਉਹ ਭੁੱਲੇ ਨਹੀਂ ਜਾ ਸਕਦੇ, ਜਿਹਦੀ ਹਿਸਟਰੀ ਪਾਰਟ ਤੁਹਾਡੇ ਨਾਲ ਮੈਂ ਅੱਜ ਹੀ ਕਵਰ ਕਰਕੇ ਜਾਊਂਗਾ। ਦੈਨ ਅੱਜ ਦਾ ਟੌਪਿਕ ਜੋ ਸਾਡੀ ਇੱਕ ਫਸਟ ਵੀਡੀਓ ਅੱਜ ਤੁਹਾਡੀ ਫਸਟ ਵੀਡੀਓ ਰਹੇਗੀ ਅਦਰ ਆਰਟਿਸਟ ਦੀ ਕੰਟਰੀਬਿਊਸ਼ਨ ਤੱਕ, और सेकेंड वीडियो ਤੁਹਾਡੇ ਸਾਹਮਣੇ ਕੱਲ ਲੈ ਕੇ ਆਉਂਗਾ ਮੈਂ ਤੁਹਾਡੇ ਨਾਲ ਦ ਐਵੋਲੂਸ਼ਨ ਆਫ ਇੰਡੀਅਨ ਨੈਸ਼ਨਲ ਫਲੈਗ। ਮਤਲਬ ਕਿ ਜਿਹੜੇ ਨੈਸ਼ਨਲ ਫਲੈਗ ਜਿਹੜੇ ਹੋਇਸਟ ਕੀਤੇ ਗਏ ਸੀ, ਫੈਲਾਏ ਗਏ ਸੀ, ਉਹਨਾਂ ਦੇ ਵਿੱਚ ਕਿਹੜੀ ਚੇਂਜਿਸ ਆਈਆਂ। 4 ਵਾਰੀ ਚੇਂਜਿਸ ਕੀਤੀਆਂ ਗਈਆਂ ਸੀ ਔਰ ਡੇਟ ਵੀ ਮੈਂ ਤੁਹਾਡੇ ਨਾਲ ਨੀਚੇ ਸ਼ੇਅਰ ਕਰੂੰਗਾ। ਔਰ ਇਹਤੇ ਪੇਂਟਿੰਗਸ ਵੀ ਬਣਾਈਆਂ ਗਈਆਂ ਸੀ। ਉਹ ਜਿਹੜਾ ਤੁਹਾਡਾ ਆਪਣਾ ਇੰਡੀਅਨ ਨੈਸ਼ਨਲ ਫਲੈਗ ਦਾ ਕੱਪੜਾ ਹੁੰਦਾ ਹੈ, ਅੱਜ ਕੱਲ੍ਹ ਤਾਂ ਚਲੋ ਪਲਾਸਟਿਕ ਉੱਤੇ ਵੀ ਬਣ ਜਾਂਦਾ ਹੈ, ਲੇਕਿਨ ਉਹ ਕੱਪੜੇ ਦੀ ਹੈ ਜਿਹੜੀ ਉਹ ਪੇਂਟਿੰਗ ਕੰਸਟਰਕਟ ਕੀਤੀ ਗਈ ਸੀ, ਉਹ ਐਕਚੁਅਲੀ ਵਿੱਚ ਬੰਗਾਲ ਸਕੂਲ ਦੇ ਅਕੋਰਡਿੰਗ ਕੀ ਡਿਪਿਕਟ ਕਰਦੀ ਹੈ। ਉਸ ਤੋਂ ਬਾਅਦ ਗੱਲ ਕਰਾਂ ਤਾਂ ਇਹਦੇ ਨਾਲ 5 ਵੈਸੇ ਤਾਂ ਸਟੋਰੀਆਂ ਮਿਲਦੀ ਜੁਲਦੀਆਂ ਨੇ 19th ਸੈਂਚੁਰੀ ਤੋਂ ਲੈ ਕੇ ਟਿਲ 20th ਸੈਂਚੁਰੀ ਤੱਕ, ਜਦੋਂ ਸਾਡੇ ਬ੍ਰਿਟਿਸ਼ਰ ਦਾ ਰਾਜ ਚੱਲਦਾ ਸੀ ਉਸ ਟਾਈਮ ਦੇ ਵਿੱਚ। ਇਹ ਰਿਲੇਟਿਡ ਵੈਸੇ ਤਾਂ ਕਈ ਬੁੱਕਸ 5 ਕਹਾਣੀਆਂ ਲੈ ਕੇ ਆਉਂਦੀਆਂ, 5 ਹਿਸਟਰੀ ਲੈ ਕੇ ਆਉਂਦੀਆਂ ਨੇ, ਬਟ ਆਪਾਂ ਇਹਦੇ ਵਿੱਚ ਟੋਟਲ 4 ਹਿਸਟਰੀ ਕਰਾਂਗੇ। ਇੱਕ ਹੈਗੇ ਜਰਨੀ ਹੈਂਡਸ ਜੋ ਰਿਲੇਟ ਕਰਦੇ, ਇੱਕ ਕੈਮਲ ਦੇ ਰਿਲੇਟਡ ਕਰਦੀ ਹੈ। ਕੈਮਲ ਜੋ ਇੱਕ ਬੋਝ ਨਾਲ ਭਰਿਆ ਹੋਇਆ ਇੱਕ ਆਈ ਮੀਨ ਟੂ ਸੇ ਇੱਕ ਜਾਨਵਰ ਹੈ ਕਹਿ ਸਕਦੇ ਆ, ਠੀਕ ਹੈ, ਜਿਹਦੇ ਅਕੋਰਡਿੰਗ ਜੋ ਥੱਕ ਕੇ ਚੂਰ ਹੋ ਜਾਂਦਾ ਹੈ, ਈਵਨ ਕਿ ਬਾਅਦ ਦੇ ਵਿੱਚ ਉਹਦੀ ਡੈਥ ਵੀ ਹੋ ਜਾਂਦੀ ਹੈ। ਤਾਂ ਉੱਥੇ ਇੱਕ ਵਰਡ ਲਿਖਿਆ ਗਿਆ ਸੀ ਜਰਨੀਜ਼ ਐਂਡ। ਜਰਨੀਜ਼ ਐਂਡ ਦਾ ਮਤਲਬ ਸਵੇਰੇ ਜਦੋਂ ਉੱਠਦਾ ਹੈ, ਕੰਮ ਤੇ ਜਾਂਦਾ ਹੈ, ਸ਼ਾਮ ਨੂੰ ਜਦੋਂ ਆਉਂਦਾ ਰੋਟੀ ਖਾਣ ਨੂੰ ਵੀ ਨਹੀਂ ਮਿਲਦੀ ਉਸਨੂੰ ਕੈਮਲ ਨੂੰ, ਦੈਨ ਉਸ ਤੋਂ ਫਿਰ ਆਪਣਾ ਕੰਮ ਤੇ ਲੱਗ ਜਾਂਦਾ। ਤਾਂ ਇੱਕ ਟਾਈਮ ਆਈ ਜਾਂਦਾ ਉੱਥੋਂ ਦੀ ਜਰਨੀ ਕੀ ਹੋ ਜਾਂਦੀ ਹੈ, ਐਂਡ ਹੋ ਜਾਂਦੀ ਹੈ। ਉਸ ਤੋਂ ਬਾਅਦ ਇਹਦੇ ਰਿਲੇਟਿਡ ਇੱਕ ਆਪਾਂ ਪੇਂਟਿੰਗ ਵੀ ਕਰਾਂਗੇ ਜੋ ਬੰਗਾਲ ਸਕੂਲ ਦੀ ਕੰਟਰੀਬਿਊਸ਼ਨ ਦੇ ਵਿੱਚ ਕਾਫੀ ਸਾਰੀ ਕੀ ਲੈ ਕੇ ਆਈਆਂ ਸੀ। ਕਹਿੰਦਾ ਮਤਲਬ ਅਗਰ ਮੈਂ ਗੱਲ ਕਰਾਂ ਇਮਰਸ਼ਨ ਲੈ ਕੇ ਆਈਆਂ ਸੀ, ਜਾਂ ਕਹਿ ਸਕਦਾ ਕਾਫੀ ਸਾਰੀ ਇੰਪਰੂਵਮੈਂਟ ਲੈ ਕੇ ਆਈਆਂ ਸੀ ਜਰਨੀਜ਼ ਐਂਡ ਦੇ ਵਿੱਚ। ਦੈਨ ਉਸ ਤੋਂ ਬਾਅਦ ਅਗਰ ਮੈਂ ਰਾਸ ਲੀਲਾ ਦੀ ਗੱਲ ਕਰਾਂ ਤਾਂ ਤੁਹਾਨੂੰ ਸਭ ਨੂੰ ਪਤਾ ਹੈ ਰਾਸ ਲੀਲਾ ਜੋ ਰਿਲੇਟ ਕਰਦੀ ਹੈ ਭਗਵਾਨ ਕ੍ਰਿਸ਼ਨ ਦੇ ਨਾਲ ਔਰ ਯਾਰ ਉਹਨਾਂ ਦੀ ਗੋਪੀਆਂ ਦੇ ਨਾਲ, ਠੀਕ ਹੈ, ਜੋ ਰਾਸ ਲੀਲਾ ਰਚਾਈ ਜਾਂਦੀ ਹੈ ਭਗਵਾਨ ਦੁਆਰਾ, ਦੈਨ ਉਹਨਾਂ ਦੀ ਗੋਪੀਆਂ ਦੁਆਰਾ, ਠੀਕ ਹੈ, ਉਹਦੀ ਪੇਂਟਿੰਗ ਦੀ ਗੱਲ ਕਰਾਂਗੇ। ਦੈਨ ਇੱਕ ਰਾਧਿਕਾ ਨਾਮ ਦੀ ਲੜਕੀ ਹੈ, ਜਾਂ ਕਹਿ ਸਕਦੇ ਇੱਕ ਕਹਿੰਦਾ ਮਤਲਬ ਅਗਰ ਮੈਂ ਕਹਿ ਰਹਾ ਹਿੰਦੂ ਡੇਟੀ ਹੈ, ਠੀਕ ਹੈ, ਦੇਵੀ ਹੈ, ਤਾਂ ਉਹਦੀ ਵੀ ਗੱਲ ਕਰ ਸਕਦੇ ਹਾਂ। ਰਾਧਿਕਾ ਦਾ ਜੋ ਪਹਿਨਾਵਾ ਕਿਸ ਤਰ੍ਹਾਂ ਦੀ ਹੈ, ਉਹ ਰੋਮ ਦੇ ਵਿੱਚੋਂ ਬਾਹਰ ਆਉਂਦੀ ਵੀ ਹੈ। ਉਹਨਾਂ ਦੇ ਜਿਹੜਾ ਫੇਸ ਹੈ ਉਹ ਸ਼ਾਈਨਸ ਫੇਸ ਹੈ। ਸ਼ਾਈਨਸ ਫੇਸ ਮਤਲਬ ਉਹ ਜੋ ਹੈ ਸ਼ਰਮਾਹਟ ਦੇ ਨਾਲ ਲਾਲ ਹੋ ਰਿਹਾ ਹੈ। ਉਹਨਾਂ ਦੇ ਹੱਥ ਦੇ ਵਿੱਚ ਜੋ ਕੀ ਵੀ ਚੀਜ਼ ਫੜੀ ਵੀ ਉਹ ਕੀ ਸ਼ੋਅ ਕਰਦੀ ਹੈ, ਆਸੇ ਪਾਸੇ ਦਾ ਇਨਵਾਇਰਮੈਂਟ ਕੀ ਹੈ, ਉਹ ਸਾਰਾ ਆਪਾਂ ਸ਼ੋਅ ਕਰਾਂਗੇ। ਔਰ ਲਾਸਟ ਜੋ ਪੇਂਟਿੰਗ ਹੈ ਬੰਗਾਲ ਸਕੂਲ ਦੀ ਤੁਹਾਡੇ ਨਾਲ ਆਉਂਦੀ ਹੈ ਮੇਘਦੂਤ ਦੀ। ਮੇਘਦੂਤ ਆਈ ਮੀਨ ਕਹਿ ਸਕਦੇ ਆ ਕਿ ਜੋ ਮੇਘਦੂਤ ਹੈ ਇੱਕ ਸੀਰੀਜ਼ ਦਾ ਨਾਮ ਹੈ, ਇੱਕ ਬੰਦੇ ਦਾ ਨਾਮ ਨਹੀਂ ਹੈ। ਪਹਿਲੀ ਗੱਲ ਤਾਂ ਇਹ ਕਹਿ ਦੂੰਗਾ, ਅਗਰ ਜਿਹਦੇ ਵਿੱਚ ਮੇਘਦੂਤ ਸੀਰੀਜ਼ 'ਚ ਜਿਨ੍ਹਾਂ ਨੇ ਕੰਮ ਕੀਤਾ ਸੀਗਾ ਉਹ ਇਸ ਇਨਸਾਨ ਦਾ ਨਾਮ ਯਕਸ਼ ਸੀਗਾ, ਠੀਕ ਹੈ। ਉਹਨਾਂ ਦੀ ਕਹਾਣੀ ਆਈ ਮੀਨ ਟੂ ਸੀ ਉਹਨਾਂ ਦੀ ਬੰਗਾਲ ਸਕੂਲ ਦੀ ਪੇਂਟਿੰਗ ਕੀ ਸ਼ੋਅ ਕਰਦੀ ਹੈ। ਉਹਨਾਂ ਨੇ ਬਾਦਲਾਂ ਦੇ ਨਾਲ ਆਪਣਾ ਜੋ ਆਪਣੇ ਕਲਾਊਡਸ ਨੇ, ਠੀਕ ਹੈ, ਉਹਨਾਂ ਦੇ ਨਾਲ ਵਾਰਤਾਲਾਪ ਕੀਤੀ ਸੀ। ਔਰ ਜਿਹੜੇ ਕਲਾਊਡਸ ਨੇ ਮੇਘਦੂਤ ਦੇ ਪਾਸ ਆਉਂਦੇ ਨੇ, ਆਈ ਮੀਨ ਟੂ ਯਕਸ਼ ਦੇ ਪਾਸ ਆਉਂਦੇ ਨੇ,
ਤਾਂ ਉਹ ਮੈਸੇਜ ਦਿੰਦੇ ਨੇ ਕਿ ਤੁਹਾਡੀ ਵਾਈਫ ਜੋ ਵੇਟਿੰਗ ਕਰ ਰਹੀ ਹੈ ਤੁਹਾਡੇ ਆਉਣ ਦਾ, ਤੁਸੀਂ ਦੱਸੋ ਕਦੋਂ ਆਓਗੇ ਕਦੋਂ ਨਾ ਆਓਗੇ। ਤਾਂ ਮੇਘਦੂਤ ਦੀ ਇਸ ਸੀਰੀਜ਼ ਦੇ ਵਿੱਚ ਵਾਈਫ ਦਾ ਪਿਆਰ ਦਿਖਾਇਆ ਗਿਆ ਕਿਹਦੇ ਨਾਲ, ਯਕਸ਼ ਦੇ ਨਾਲ। ਆਈ ਮੀਨ ਟੂ ਸੇ ਅਗਰ ਗੱਲ ਕਰਾਂ ਤਾਂ ਪੇਂਟਿੰਗ ਸਾਰੀ ਕੀ ਡਿਪਿਕਟ ਕਰੇਗੀ, ਉਹ ਸਾਰੀ ਚੀਜ਼ਾਂ ਤੁਹਾਡੀ ਇਸ ਬੰਗਾਲ ਸਕੂਲ ਆਫ ਆਰਟ ਆਫ ਕੰਟਰੀਬਿਊਸ਼ਨ ਦੇ ਵਿੱਚ ਸ਼ੋ ਕੀਤੀ ਗਈਆਂ ਨੇ। ਅਗਰ ਮੈਂ ਗੱਲ ਕਰਾਂ ਤਾਂ ਕੁਝ 5 ਹਿਸਟਰੀਆਂ ਨੇ, ਬਟ ਈਵਨ ਕਿ ਇੱਕ ਹਿਸਟਰੀ ਕੀ ਕਰਤੀ ਗਈ ਸੀ, ਵਾਈਪ ਆਫ ਕਰ ਦਿੱਤੀ ਗਈ ਸੀ, ਖਤਮ ਕਰ ਦਿੱਤੀ ਗਈ ਸੀ। ਉਹਦੇ ਵਿੱਚ ਸਿਰਫ 4 ਹਿਸਟਰੀ ਜੋੜ ਦਿੱਤੀ ਗਈਆਂ ਸੀ, ਇਕੱਲੀ ਇੱਕ ਜਰਨੀ ਐਂਡ ਸੈਕਿੰਡ ਹੈ ਤੁਹਾਡੀ ਆਪਣੀ ਰਾਸ ਲੀਲਾ, ਥਰਡ ਹੈ ਤੁਹਾਡੀ ਆਪਣੀ ਰਾਧਿਕਾ, ਔਰ ਫੋਰਥ ਹੈ ਤੁਹਾਡਾ ਆਪਣਾ ਮੇਘਦੂਤ। ਆਓ ਤੁਹਾਡੇ ਨਾਲ ਬੰਗਾਲ ਸਕੂਲ ਆਫ ਆਰਟ ਦੀਆਂ ਅੱਜ ਇੰਟਰੋਡਕਸ਼ਨ ਪਾਰਟ ਨੂੰ ਲੈ ਕੇ ਸਾਹਮਣੇ ਰੱਖੂੰਗਾ। ਆਈ ਹੋਪ ਕਿ ਤੁਹਾਨੂੰ ਇਹਦਾ ਪਸੰਦ ਵੀ ਆਏਗਾ ਔਰ ਤੁਹਾਨੂੰ ਸਮਝ ਵੀ ਆਏਗਾ। ਇੰਟਰੋਡਕਸ਼ਨ ਪਾਰਟ ਦੀ ਗੱਲ ਕਰਾਂ ਤਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਪੂਰਾ ਨਾਮ ਹੈ, ਉਹ ਪੂਰਾ ਨਾਮ ਕੀ ਹੈ ਸਾਡੇ ਨਾਲ ਬੰਗਾਲ ਸਕੂਲ ਦਾ। ਬੰਗਾਲ ਸਕੂਲ ਕੱਲਾ ਨਹੀਂ ਬੋਲਦੇ ਇਹਨੂੰ, ਅਸੀਂ ਕੀ ਬੋਲਦੇ ਆ, ਬੰਗਾਲ ਸਕੂਲ ਆਫ ਆਰਟ ਬੋਲਦੇ ਆ। ਜੋ ਇੱਕ ਮੈਂ ਗੱਲ ਕਰਾਂ ਕਦੋਂ ਇਮਰਜ ਹੋਈ ਸੀ ਜਾਂ ਕਦੋਂ ਸਟੈਬਲਿਸ਼ ਹੋਇਆ ਸੀ, ਜਾਂ ਗੱਲ ਕੀਤੀ ਜਾਵੇ ਕਦੋਂ ਇਹਦੀ ਹਿਸਟਰੀ ਸਟਾਰਟ ਹੋਈ ਸੀ, ਇਮਰਜ ਕਦੋਂ ਹੋਇਆ ਸੀਗਾ 1950s ਦੇ ਵਿੱਚ। ਹੂ ਇਜ਼ ਦਾ ਫਸਟ ਪੋਇਨਰ, ਜਾਂ ਕਹਿ ਸਕਦੇ ਆ ਕਿੰਨਾ ਦੀ ਕੰਟਰੀਬਿਊਸ਼ਨ ਦੇ ਨਾਲ ਸਟਾਰਟ ਕੀਤੀ ਗਈ ਸੀ। ਤਾਂ ਸਪੈਸੀਫਿਕਲੀ ਅਗਰ ਮੈਂ ਗੱਲ ਕਰਾਂ ਤਾਂ ਕੀਤੀ ਜਾਵੇ ਤਾਂ ਇਹ ਕੋਲਕਾਤਾ ਦੇ ਵਿੱਚ ਇੱਕ ਮੂਵਮੈਂਟ ਸਟਾਰਟ ਕੀਤੀ ਗਈ ਸੀ। ਇਸ ਮੂਵਮੈਂਟ ਨੂੰ ਅਸੀਂ ਕੀ ਬੋਲਦੇ ਹਾਂ, ਸ਼ਾਂਤੀ ਨਿਕੇਤਨ ਬੋਲਦੇ ਹਾਂ। ਹੁਣ ਅਗਰ ਮੈਂ ਗੱਲ ਕਰਾਂ 1950s ਦੇ ਅਕੋਰਡਿੰਗ ਤਾਂ ਕੋਲਕਾਤਾ ਦੇ ਜੋ ਰਹਿਣ ਵਾਲੇ ਨੇ ਉਹ ਕੌਣ ਨੇ, ਸਾਡੇ ਰਵਿੰਦਰਨਾਥ ਟੈਗੋਰ ਨੇ, ਜਿਨ੍ਹਾਂ ਨੇ ਇੱਕ ਐਜ਼ ਅ ਮੂਵਮੈਂਟ ਦੇ ਤੌਰ ਤੇ ਇੱਕ ਚੀਜ਼ ਸ਼ੁਰੂ ਕੀਤੀ ਸੀ। ਉਸ ਚੀਜ਼ ਦਾ ਨਾਮ ਕੀ ਹੈ, ਉਸ ਮੂਵਮੈਂਟ ਨੂੰ ਅਸੀਂ ਕੀ ਬੋਲਦੇ ਹਾਂ, ਸ਼ਾਂਤੀ ਨਿਕੇਤਨ ਬੋਲਦੇ ਹਾਂ। ਇਹ ਜਿਹੜੀ ਸ਼ਾਂਤੀ ਨਿਕੇਤਨ ਹੈ, ਇਹਦੇ ਵਿੱਚ ਡਿਫਰੈਂਟ ਆਰਟਿਸਟ ਨੇ ਨਵੇਂ ਮੈਥਡ ਜੁਆਇਨ ਕੀਤੇ, ਨਵੇਂ ਐਕਸਪੀਰੀਅੰਸ ਲੈ ਕੇ ਆਈ, ਜਾਂ ਕਹਿਣ ਦਾ ਮਤਲਬ ਜਾਂ ਕਹਿ ਸਕਦੇ ਨਵੀਂ ਟੈਕਨੀਕਸ ਲੈ ਕੇ ਆਈ। ਉਸ ਟਾਈਮ ਦੇ ਵਿੱਚ ਜਿਹੜੀ ਪੇਂਟਿੰਗ ਕੀਤੀ ਜਾਂਦੀ ਸੀ, ਉਹ ਕਿਹੜੀ ਪੇਂਟਿੰਗ ਕੀਤੀ ਜਾਂਦੀ ਸੀ, ਵਾਸ਼ ਟੈਕਨੀਕ ਯੂਜ਼ ਕੀਤੀ ਜਾਂਦੀ ਸੀ। ਵਾਸ਼ ਟੈਕਨੀਕ ਇੱਕ ਤਰ੍ਹਾਂ ਦੀ ਪੇਂਟਿੰਗ ਹੈ ਜਿਹਨੂੰ ਅਸੀਂ ਕੀ ਬੋਲਦੇ ਹਾਂ, ਵਾਟਰ ਕਲਰ ਦੀ ਪੇਂਟਿੰਗ ਬੋਲਦੇ ਹਾਂ। ਇਹ ਧਿਆਨ ਰੱਖਣਾ, ਵਾਟਰ ਕਲਰ ਦੀ ਪੇਂਟਿੰਗ ਬੋਲਦੇ ਹਾਂ। ਹੁਣ ਵਾਟਰ ਕਲਰ ਦੀ ਪੇਂਟਿੰਗ ਦਾ ਮਤਲਬ ਹੁੰਦਾ ਕੀ ਹੈ। ਪਹਿਲੀ ਗੱਲ ਤਾਂ ਉਸ ਟਾਈਮ ਦੇ ਵਿੱਚ ਜਦੋਂ ਪੇਂਟਿੰਗ ਕੀਤੀ ਜਾਂਦੀ ਸੀ ਤਾਂ ਇੱਕ ਪੇਪਰ ਲਿੱਤਾ ਜਾਂਦਾ ਸੀ, ਪੇਪਰ ਦੇ ਉੱਤੇ ਵਾਟਰ ਕਲਰ ਕੀਤੇ ਜਾਂਦੇ ਸੀ। ਜਿੰਨੇ ਟਾਈਮ ਤੱਕ ਜਿੰਨਾ ਵਾਟਰ ਕਲਰ ਉਸ ਪੇਪਰ ਦੇ ਉੱਤੇ ਕੀਤਾ ਜਾਂਦਾ ਸੀ, ਪੇਪਰ ਜਿੰਨਾ ਵਾਟਰ ਕਲਰ ਅਬਜ਼ੋਰਵ ਕਰ ਲੈਂਦਾ ਸੀ ਉਹ ਸਫੀਸ਼ੀਐਂਟ ਸੀ, ਔਰ ਬਾਕੀ ਦਾ ਸਾਰਾ ਕਲਰ ਕੀ ਕਰ ਲਿੱਤਾ ਜਾਂਦਾ ਸੀ, ਉਤਾਰ ਲਿੱਤਾ ਜਾਂਦਾ ਸੀ। ਉਤਾਰ ਮਤਲਬ ਪੇਜ ਉੱਤੋਂ ਉਠਾ ਲਿੱਤਾ ਜਾਂਦਾ ਸੀ ਵਿਦ ਦਾ ਹੈਲਪ ਆਫ ਦੀ ਬ੍ਰਸ਼ਿਸ ਹੋ ਸਕਦੇ ਆ। ਉਸ ਟਾਈਮ ਦੇ ਕੋਈ ਵੀ ਟੂਲਸ ਨੇ ਜੋ ਵਾਟਰ ਕਲਰ ਦੇ ਵਿੱਚ ਕੀ ਕੀਤੇ ਜਾਂਦੇ ਸੀ, ਯੂਜ਼ ਕੀਤੇ ਜਾਂਦੇ ਸੀ। ਉਸ ਟੈਕਨੀਕ ਨੂੰ ਜਿਹਦੇ ਰਾਹੀਂ ਉਹ ਵਾਟਰ ਕਲਰ ਯੂਜ਼ ਕੀਤਾ ਜਾਂਦਾ ਸੀ ਜਾਂ ਵਾਟਰ ਕਲਰ ਪੇਪਰ ਉੱਤੇ ਲਗਾਇਆ ਜਾਂਦਾ ਸੀ, ਉਹ ਪੇਪਰ ਉਸ ਵਾਟਰ ਕਲਰ ਨੂੰ ਅਬਜ਼ੋਰਵ ਕਰ ਲੈਂਦਾ ਸੀ, ਸੋਖ ਲੈਂਦਾ ਸੀ, ਔਰ ਬਾਅਦ ਜਿਹੜਾ ਬਚਿਆ ਕੁਚਿਆ ਸੀਗਾ ਵਾਟਰ ਕਲਰ ਉਹ ਉਠਾ ਲਿੱਤਾ ਜਾਂਦਾ ਸੀ। ਉਸ ਟੈਕਨੀਕ ਨੂੰ ਅਸੀਂ ਕੀ ਬੋਲਦੇ ਹਾਂ, ਵਾਸ਼ ਟੈਕਨੀਕ ਬੋਲਦੇ ਹਾਂ। ਇਹਦੀ ਇੱਕ ਪਿਕਚਰ ਮੈਂ ਤੁਹਾਡੇ ਨਾਲ ਨੀਚੇ ਸ਼ੇਅਰ ਵੀ ਕਰੂੰਗਾ ਜੋ ਵਾਟਰ ਇੱਕ ਟੈਕਨੀਕ ਦੀ ਸੈਂਪਲ ਵੇ ਨੂੰ ਦਿਖਾਉਂਦਾ ਹੈ। ਹੁਣ ਮੈਂ ਉੱਪਰ ਗੱਲ ਕੀਤੀ ਸੀ ਤੁਹਾਡੇ ਨਾਲ ਕਿ ਉਸ ਟਾਈਮ 'ਚ ਰਵਿੰਦਰਨਾਥ ਟੈਗੋਰ ਹੁੰਦੇ ਸੀ ਜਿਨ੍ਹਾਂ ਨੇ ਇੱਕ ਮੂਵਮੈਂਟ ਸਟਾਰਟ ਕੀਤੀ ਸੀ 1950s ਦੇ ਵਿੱਚ ਕੋਲਕਾਤਾ ਦੇ ਵਿੱਚ, ਕਿਉਂਕਿ ਉਹ ਰੈਜ਼ੀਡੈਂਟ ਵੀ ਕੋਲਕਾਤਾ ਦੇ ਸੀ ਤੇ ਕੋਲਕਾਤਾ ਤੋਂ ਹੀ ਉਹਨਾਂ ਨੇ ਆਪਣੀ ਮੂਵਮੈਂਟ ਸਟਾਰਟ ਕੀਤੀ ਸੀ। ਉਸ ਮੂਵਮੈਂਟ ਦਾ ਨਾਮ ਕੀ ਹੈ, ਸ਼ਾਂਤੀ ਨਿਕੇਤਨ। ਉਸ ਮੂਵਮੈਂਟ ਦੇ ਵਿੱਚ ਮੇਨ ਫੋਕਸ ਜਾਂ ਆਈ ਮੀਨ ਟੂ ਸੇ ਅਗਰ ਮੈਂ ਗੱਲ ਕਰਾਂ ਮੇਨ ਟਾਰਗੇਟ ਕੀ ਰੱਖਿਆ ਗਿਆ ਸੀ ਤਾਂ ਉਸ ਟਾਈਮ ਦੇ ਵਿੱਚ ਜਿਹੜੀ ਮੂਵਮੈਂਟ ਚਲਾਈ ਗਈਆਂ ਸੀ, ਕਿਹੜੀ ਮੂਵਮੈਂਟ ਸੀ, ਸਵਦੇਸ਼ੀ ਮੂਵਮੈਂਟ ਸੀ ਫਸਟ ਵਨ। ਨੈਕਸਟ ਹੈਗਾ ਸੀ ਨॉन ਕੋਆਪਰੇਸ਼ਨ ਵਿਦ ਦ ਫੋਰਨਰਸ, ਵੀ ਜਿਹੜੇ ਇੰਡੀਅਨ ਨੇ ਆਪਣੀ ਇੱਕ ਯੂਨਿਟੀ ਬਣਾ ਕੇ ਰੱਖਣਗੇ। ਤੇ ਜਿਹੜੇ ਸਾਡੇ ਟਾਈਮ ਦੇ ਵਿੱਚ ਉਸ ਟਾਈਮ ਦੇ ਵਿੱਚ 19th ਸੈਂਚੁਰੀ ਦੇ ਵਿੱਚ ਜਾਂ 20th ਸੈਂਚੁਰੀ ਦੇ ਵਿੱਚ ਅੰਗਰੇਜ਼ ਸੀਗੇ, ਆਈ ਮੀਨ ਟੂ ਸੀ ਬ੍ਰਿਟਿਸ਼ਰ ਸੀਗੇ, ਉਹਨਾਂ ਨਾਲ ਕੋਈ ਵੀ ਇੰਡੀਆ ਦਾ ਜੋ ਬੰਦਾ ਹੈ ਉਹ ਕੋਆਪਰੇਟ ਨਹੀਂ ਹੋਏਗਾ। ਕੋਆਪਰੇਟ ਮਤਲਬ ਉਹਨਾਂ ਦੀ ਜਾਂ ਹੈਲਪ ਨਹੀਂ ਕੀਤੀ ਜਾਊਗੀ ਜਾਂ ਉਹਨਾਂ ਨੂੰ ਕੋਈ ਵੀ ਸੁਜੈਸ਼ਨ ਨਹੀਂ ਦਿੱਤੀ ਜਾਊਗੀ। ਉਹ ਜਿਹੜੇ ਇੰਡੀਅਨ ਜਿਹੜੇ ਆਪਣੇ ਰੈਜ਼ੀਡੈਂਟ ਨੇ ਉਹ ਆਪਣੇ ਉੱਤੇ ਕੀ ਬਣਾ ਕੇ ਰੱਖਣਗੇ, ਸੈਲਫ ਗਵਰਨਮੈਂਟ, ਮਤਲਬ ਕਿ ਆਪਣੇ ਆਪ ਦੇ ਵਿੱਚ ਕੀ ਹੋਣਗੇ, ਉਹ ਸੈਲਫ ਸਫੀਸ਼ੀਐਂਟ ਹੋਣਗੇ। ਔਰ ਹਰੇਕ ਫੋਰਨਰ ਦੇ ਵਿਚਕਾਰ, ਮਤਲਬ ਕਿ ਅਗਰ ਮੈਂ ਇੰਡੀਅਨ ਦੀ ਗੱਲ ਕਰਾਂ, ਹਰੇਕ ਇੰਡੀਅਨ ਵਿਚਕਾਰ ਦੂਸਰੇ ਬੰਦੇ ਨਾਲ ਕੀ ਹੋਏਗੀ, ਯੂਨਿਟੀ ਹੋਏਗੀ। ਇਹ ਮੇਨ ਫੋਕਸ ਸੀਗਾ ਉਸ ਟਾਈਮ ਦੇ ਵਿੱਚ ਜਿਹੜੀ ਆਪਣੀ ਸ਼ਾਂਤੀ ਨਿਕੇਤਨ ਦੀ ਇੱਕ ਮੂਵਮੈਂਟ ਸਟਾਰਟ ਕੀਤੀ ਗਈ ਸੀ। ਇਹਨਾਂ 4 ਚੀਜ਼ਾਂ ਉੱਤੇ ਕੀ ਕੀਤਾ ਗਿਆ, ਐਜ਼ ਵੈਲ ਐਜ਼ ਕਹਿੰਦਾ ਮਤਲਬ ਇੱਕ ਮੇਨ ਫੋਕਸਿੰਗ ਪੁਆਇੰਟ ਕੀਤਾ ਗਿਆ। ਮੈਨੀ ਆਰਟਿਸਟ ਜੋ ਇੰਡੀਅਨ ਆਰਟਿਸਟ ਸੀਗੇ ਉਹ ਇਹਨਾਂ ਨੇ ਇਸ ਮੂਵਮੈਂਟ ਦਾ ਕੀ ਕੀਤਾ, ਇਨਕਰੇਜਮੈਂਟ ਕੀਤੀ, ਇਸ ਮੂਵਮੈਂਟ ਨੂੰ ਅੱਗੇ ਲੈ ਕੇ ਆਏ। ਬਟ ਅਗਰ ਮੈਂ ਗੱਲ ਕਰਾਂ ਅੱਗੇ ਲਿਆਂਦੀ ਤਾਂ ਬੰਗਾਲ ਸਕੂਲ ਆਫ ਆਰਟ ਦੇ ਵਿੱਚ ਸਿਰਫ 2 ਹੀ ਪੁਆਇਨਰ ਸੀਗੇ ਜਿਨ੍ਹਾਂ ਨੇ ਬੇਤੌਰ ਤੇ ਉੱਠ ਚੜ ਕੇ ਇਸ ਮੂਵਮੈਂਟ ਨੂੰ ਅੱਗੇ ਵਧਾਇਆ। ਇਸ ਮੂਵਮੈਂਟ ਦਾ ਮਤਲਬ ਬੰਗਾਲ ਸਕੂਲ ਆਫ ਆਰਟ ਨੂੰ ਅੱਗੇ ਲੈ ਕੇ ਆਏ। ਉਹਨਾਂ 2 ਦੇ ਨਾਮ ਕੀ ਨੇ, ਪਹਿਲੀ ਗੱਲ ਤਾਂ ਮੈਂ ਕਰੂੰਗਾ ਇੰਡੀਅਨ ਆਰਟਿਸਟ ਦੇ ਅਕੋਰਡਿੰਗ ਤਾਂ ਉਹਨਾਂ ਦਾ ਨਾਮ ਹੈਗਾ ਅਵਨਿੰਦਰਨਾਥ ਟੈਗੋਰ। ਜੋ ਅਵਨਿੰਦਰਨਾਥ ਟੈਗੋਰ ਨੇ ਉਹ ਆਪਣੇ ਰਵਿੰਦਰਨਾਥ ਟੈਗੋਰ ਜੀ ਦੇ ਨੈਫਿਊ ਨੇ। ਇਹ ਧਿਆਨ ਰੱਖਣਾ, ਪੇਪਰ ਦੇ ਵਿੱਚ ਪੁੱਛ ਲੈਂਦੇ ਨੇ ਕਈ ਵਾਰੀ। ਤਾਂ ਇਹਨਾਂ ਦਾ ਰਵਿੰਦਰਨਾਥ ਟੈਗੋਰ ਤੋਂ ਇਹਨਾਂ ਨੇ ਇੱਕ
कहना मतलब मोटिवेट होके या इंकरेज होके उन्होंने ही भतीजे ने आई मीन टू सी या फिर भांजा भी कह सकते हैं अमरिंदर नाथ टैगोर ने की कीती एक मतलब कि बंगाल स्कूल ऑफ आर्ट की की इमरजेंस की आई मीन टू से इंडियन आर्ट ਨੂੰ ਕੀ लेके आए अगे लेके आए एक तो है साडे अपने इंडियन आर्टिस्ट जो साडे वास्ते किसी अमरिंदर नाथ टैगोर ने दूसरा अगर मैं गल करा ए बी हेवल की गल की है तो उन्होंने नाम आप भूल नहीं सकते क्योंकि उन्होंने कंट्रीब्यूशन भी इंडियन आर्टिस्ट के आई मीन टू सी अगर गल करा इंडियन आर्ट के बहुत ज़्यादा है अगर इंडियन आर्ट ना बोलिया जाए तो इतने मैं एक गल करूँगा सिर्फ एको नाम जिसका अपना टॉपिक बनता है बंगाल स्कूल ऑफ आर्ट क्योंकि यही दो एक ओरिजिनेटर ने या कहना मैं गलत नहीं कहूँगा कि यही साडे एक जन्मदाता ने जिन्हें इंडियन आर्टिस्ट को किया आई मीन टू इंडियन आर्ट के लेके आए काफ़ी सारी इंप्रूवमेंट्स लेके आए जो ड्रॉबैक्स उन्होंने खत्म किया गया आई मीन टू सबजैक्ट मैटर इन्ना तेज कर दिता गया कि कश्मीर तो लैके कन्याकुमारी तक इन्हों की सब की गई इंकरेजमेंट की गई काफ़ी फॉरनर्स आए सी जिन्होंने इस पेंटिंग की जो पेंटिंग आप नीचे गल करांगे या फिर कह सकते बंगाल स्कूल ऑफ पेंटिंग की इंकरेजमेंट की काफ़ी प्रशंसा के पात्र बने दो आर्टिस्ट ये दो आर्टिस्ट का नाम की है एक अमरिंदर नाथ टैगोर है दूसरा कौन है ए बी हेवल है नैक्सट आओ इंट्रोडक्शन पार्ट तो हट के अगला टॉपिक आता साडा अपना ओरिजिन एंड डिवेलपमेंट ऑफ द बंगाल स्कूल ऑफ आर्ट पेंटिंग बंगाल स्कूल ऑफ पेंटिंग की पहली गल तो अगर की जाए तो शुरुआत कितों हुई या फिर कह सकते शुरुआत तो बाद शुरुआत एक बार करती इंडियन आर्टिस्ट ने उस तो बाद ये डिवेलपमेंट किमें किमें हुई डिवेलपमेंट काफ़ी फेसिस आते हैं काफ़ी स्टेजिस आदि जिसकी आप गल करा तो जिद मैं फस्ट फेस ही लैके आना की लेके आऊँगा कि 19वीं सेंचुरी जी इंडियन मिनीएचर पेंटिंग सी वो की हो चुकी सी पतन वाल जा चुकी सी डिकलाइन हो चुकी सी ਇਹਦਾ ਇੱਕੋ ਹੀ ਰਾਜ ਸੀ क्योंकि उस टाइम ਦੇ ਜਿਹੜੇ ब्रिटिशर्स आ चुके ਸੀਗੇ ठीक है ब्रिटिशर्स ने अपना राज करना स्टार्ट किया जिस करके जो इंडियन पेंटिंग सीगी ਉਹਦੇ ਉੱਤੇ ਕੀ ਲੱਗ ਗਿਆ दाग लग गया दाग कह सकते हैं या कहने का मतलब जो इंडियन आर्टिस्ट का काम सीगा ਉਹ ਕੀ हो गया डिकलाइन पतन वाल जाना शुरू हो गया ਹੁਣ ਜਿਵੇਂ ही ब्रिटिशर आए तो ब्रिटिशर ने अपनी पेंटिंग के स्टाइल शुरू करते और नवी पेंटिंग के स्टाइल किहड़े ने जिमें कि तुहाडे सामने फर्स्ट लिखा हुआ है अ न्यू वेट ऑफ पेंटिंग दैट्स कॉल्ड अ कंपनी स्टाइल या फिर गल करा मैं बाजार स्टाइल ये स्टाइल के उन्होंने पेंटिंग शुरू की ठीक है उस तो बाद उस टाइम के फोक फॉर्म्स तो प्रिवेलेंट सीगे पर इन्ना काम नहीं कर पाए फोक फेमस कारण की सी क्योंकि उस टाइम के कौन आ गए सी पहला ब्रिट साडे पास साडे मुगल आए मुगल सम्राट साडा इंडिया उत्ते राज करके गया दैन उस तो बाद कौन आए ब्रिटिशर्स आए ब्रिटिशर्स ने साडे उत्ते राज किया दैन उन्होंने इंडियन ਜਿਹੜੀ ਆਰਟਿਸਟ ਸੀਗੇ ਉਹਨਾਂ ਦਾ ਕੰਮ ਖਤਮ ਕਰਤਾ ਦੈਨ ਉਸ ਤੋਂ ਬਾਅਦ ਜੋ ਇੰਡੀਅਨ ਆਰਟ ਸੀ ਉਹਨਾਂ ਨੂੰ ਵੀ ਕੀ ਕਰਤਾ ਡਿਕਲਾਈਨ ਕਰਤਾ ਔਰ ਆਪਣਾ ਹੀ ਕੰਮ ਸ਼ੁਰੂ ਕਰਤਾ ਉਹਨਾਂ ਨੇ ਬ੍ਰਿਟਿਸ਼ਰ ਨੇ ਬਾਜ਼ਾਰ ਤਰ੍ਹਾਂ ਦੀ ਸਟਾਈਲ ਦੀ ਪੇਂਟਿੰਗ ਸ਼ੁਰੂ ਕੀਤੀ ਔਰ ਕੰਪਨੀ ਦੇ ਸਟਾਈਲ ਦੀ ਪੇਂਟਿੰਗ ਉਹਨਾਂ ਨੇ ਕੀ ਕਰਤੀ ਨਿਊ ਵੇ ਦੇ ਨਾਲ ਬਾਜ਼ਾਰ ਦੇ ਵਿੱਚ ਉਹ ਕਨਸੈਪਟ ਨੂੰ ਅੱਗੇ ਲੈ ਕੇ ਆਏ ਬਟ ਉਸ ਟਾਈਮ ਦੇ ਵਿੱਚ ਇੱਕ ਫੇਮਸ ਰਿਨਾਊਂਡ ਅਗਰ ਮੈਂ ਗੱਲ ਕਰਾਂ ਇੱਕ कहने का मतलब व्यक्ति होंगे सी इंडिविजुअल होंगे सी उन्होंने इस वैसटर्न स्टाइल जो ब्रिटिशर सीगे ठीक है जो ब्रिटिशर वैसटर्न स्टाइल लेके आए सी उस पेंटिंग में यूज़ किया आप इन्होंने भूल ही नहीं सकते उन्होंने नाम की है राजा रवि वर्मा हुण सब के माइंड के क्वेश्चन आ रहा होगा वैसटर्न स्टाइल जी पेंटिंग है वो किहड़ी हुंदी है तो अगर मैं गल करा इंडिया के अकॉर्डिंग तो उसनूं असीं की बोलते हैं सीरीग्राफी बोलते हैं ये ध्यान रखियो पेपर के पूछ लेंदे ने तो राजा रवि वर्मा ने इस वैसटर्न स्टाइल की पेंटिंग्स ਨੂੰ यूज़ किया लैके कौन आए सी ब्रिटिशर लैके आए सी ठीक है लैके कौन आए सी ब्रिटिशर्स लैके आए सी लेकिन यूज़ किने किया सी इन्हां नूं वैसटर्न स्टाइल नूं राजा रवि वर्मा ने किया सी हुण वैसटर्न स्टाइल किहड़ी हुंदी है जिहड़ू साडी इंडियन स्टाइल दे कोल जिसी की बोलते हैं सीरियोग्राफी बोलते हैं ये ध्यान रखना ठीक है जी नैक्सट आओ अगला पॉइंट बहुत इंपॉर्टेंट है अमरिंदर टैगोर अगर मैं गल करा अमरिंदर टैगोर की तो ऑलरेडी मैं तुहानूं दस ही चुकिया सी दे बीइंग अ नैफ्यू ऑफ रविंद्र नाथ टैगोर वो तुहाडे अपने रविंद्र नाथ टैगोर के भतीजे भी कह सकते हैं भांजे भी कह सकते हैं ठीक है ये हिस्टरी के अकॉर्डिंग पता लगता है कि जेडे अमरिंदर नाथ टैगोर ने उन्होंने की किया गवार तो इंडियन स्टाइल की पाई जान पाई टू मेक इंडियन स्टाइल अलाइव इंडियन स्टाइल जान पाई ये जान कितों शुरू हुई सी न्यू स्कूल तो स्टार्ट हुई सी न्यू स्कूल अगर मैं गल करा तो ये दूसरा वर्ड कह सकते हैं बंगाल स्कूल ऑफ आर्ट के जान पाई आई मीन टू से अगर गल की जाए तो इंडियन स्टाइल के जान पाना और जान कौन पा के गया सीगा एक आर्ट पा के गई सी उस आर्ट का नाम की है बंगाल स्कूल ऑफ आर्ट है जो ये मेन जन्मदाता कौन सीगे रविंद्र नाथ टैगोर के नैफ्यू सीगे जिन्हों का नाम की सीगा अमरिंदर टैगोर ये ध्यान रखना पेपर के पूछ लेंगे ने हुण अगर मैं गल करा तो अगला पॉइंट आता है
ਰਿਨੈਂਸੀਏਸ਼ਨ ਕਈ ਜਾਨ ਇਸ ਚੀਜ਼ ਨੂੰ ਬੋਲਦੇ ਨੇ ਕਿ ਕਿਹੜੀ ਚੇਂਜਿਸ ਆਈਆਂ। ਹੁਣ ਧਿਆਨ ਰੱਖਿਓ ਇੱਥੇ ਮੈਂ ਗੱਲ ਕਰੂੰਗਾ ਚੇਂਜਿਸ ਦੀਆਂ। ਕਈ ਜਾਨੇ ਨੂੰ ਅਸੀਂ ਬੋਲਦੇ ਹਾਂ ਵੀ ਕਿਹੜੀ ਰੈਵੋਲੂਸ਼ਨ ਆਈਆਂ। ਰੈਵੋਲੂਸ਼ਨ ਮਤਲਬ ਕਿਹੜੀ ਕ੍ਰਾਂਤੀ ਆਈਆਂ, ਕਿਹੜੀ ਚੇਂਜਿਸ ਲੈ ਕੇ ਆਏ। ਹੁਣ ਉਹ ਚੀਜ਼ ਦੀ ਗੱਲ ਕਰਾਂਗੇ ਤਾਂ ਇੱਥੇ ਮੈਂ ਕਹੂੰਗਾ ਨਹੀਂ ਚੇਂਜਿਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਤਾਂ ਇਹਦਾ ਦੂਸਰਾ ਨਾਮ ਕੀ ਹੁੰਦਾ ਹੈ, ਰਿਵਲਿਸਟਿਕ ਸਕੂਲ ਮਤਲਬ ਕੀ ਹੈ, ਦੁਬਾਰਾ ਤੋਂ ਉਸ ਚੀਜ਼ ਨੂੰ ਕੀ ਕੀਤਾ ਗਿਆ, ਰਿਵਾਈਵ ਕੀਤਾ ਗਿਆ। ਅਗਰ ਕਿ ਆਪਣੀ ਕੋਈ ਸਾਡੇ ਦੇ ਵਿੱਚ ਅਗਰ ਮੰਨ ਲਓ ਕਿਸੇ ਵਿੱਚ ਕੋਈ ਜਾਨ ਨਿਕਲਦੀ ਵੀ ਹੈ, ਪਰਮਾਤਮਾ ਕਰਨੀ ਤਾਂ ਕੋਈ ਆਈ ਜਾ ਕੇ ਚੀਜ਼ ਕਰ ਦਿੱਤੀ ਜਾਵੇ, ਉਸ ਬੰਦੇ ਤੋਂ ਦੁਬਾਰਾ ਤੋਂ ਜਾਨ ਪਾ ਦਿੱਤੀ ਜਾਵੇ ਤਾਂ ਉਹਨੂੰ ਕੀ ਬੋਲਦੇ ਆ, ਰਿਵਾਈਵਲਿਸਟਿਕ ਮਤਲਬ ਕਿ ਇੱਕ ਰਿਵਾਈਵ ਬੋਲਦੇ ਕਿ ਉਸ ਦੁਬਾਰਾ ਤੋਂ ਜਾਨ ਪਾ ਦਿੱਤੀ ਗਈ ਹੈ। ਤਾਂ ਜਿਹੜੇ ਸਾਡੇ ਅਮਰਿੰਦਰ ਨਾਥ ਟੈਗੋਰ ਸੀਗੇ ਉਹਨਾਂ ਨੇ ਇੰਡੀਅਨ ਆਰਟਿਸਟ ਨੂੰ ਦੁਬਾਰਾ ਤੋਂ ਰਿਵਾਈਵ ਕਰਨ ਵਾਸਤੇ ਇੱਕ ਨਵਾਂ ਵੇ ਸਟਾਰਟ ਕੀਤਾ। ਉਸ ਨਵੇਂ ਵੇ ਨੂੰ ਅਸੀਂ ਕੀ ਬੋਲਦੇ ਹਾਂ, ਬੰਗਾਲ ਸਕੂਲ ਆਫ ਪੇਂਟਿੰਗ ਬੋਲਦੇ ਹਾਂ। ਹੁਣ ਨਾਮ ਯਾਦ ਰੱਖਣਾ ਕਿ ਇਹਦੇ ਪੁਆਇਨਰ ਕੌਣ ਸੀਗੇ, ਅਮਰਿੰਦਰ ਟੈਗੋਰ ਸੀਗੇ ਜੋ ਰਵਿੰਦਰ ਨਾਥ ਟੈਗੋਰ ਦੇ ਕੌਣ ਸੀਗੇ, ਨੈਫਿਊ ਸੀਗੇ। ਹੁਣ ਕਹਿਣਾ ਇਹੀ ਗੱਲ ਇੱਥੇ ਰੱਖੂੰਗਾ ਕਿ ਫਸਟ ਪੁਆਇੰਟ ਦੇ ਵਿੱਚ ਇਹੀ ਚੀਜ਼ ਕਰਦੀ ਵੀ ਹੈ, ਕਹਿੰਦੀ ਵੀ ਹੈ ਅਮਰਿੰਦਰ ਨਾਥ ਟੈਗੋਰ the pioneer of the movement जो इस movement ਦੇ what's the name of that movement, ਬੰਗਾਲ ਸਕੂਲ ਆਫ ਪੇਂਟਿੰਗ। ਤਾਂ ਪੇਂਟਿੰਗ ਸਕੂਲ ਜਿਹੜੀ ਕੀਤੀ ਸੀ ਬੰਗਾਲ ਸਕੂਲ ਆਫ ਪੇਂਟਿੰਗ ਜਿਹੜੀ ਮੂਵਮੈਂਟ ਚਲਾਈ ਗਈ ਸੀ ਅਮਰਿੰਦਰ ਨਾਥ ਟੈਗੋਰ ਦੁਆਰਾ। ਤਾਂ ਉਹਨਾਂ ਦੇ ਨਾਲ ਉਹਨਾਂ ਦੇ ਕੁਝ ਕੌਣ ਸੀਗੇ ਪੀਪਲ ਮਤਲਬ ਕਿ ਅਨੁਯਾਈ ਸੀਗੇ, ਫੋਲੋਅਰ ਸੀਗੇ ਜਿਨ੍ਹਾਂ ਨੇ ਕਾਫੀ ਸਾਰੀ ਮਤਲਬ ਕਿ ਪ੍ਰਸ਼ੰਸਾ ਵੀ ਕੀਤੀ ਜਾਂ ਕਹਿ ਸਕਦੇ ਇੰਡੀਅਨ ਸਟਾਈਲ ਨੂੰ ਜਾਂ ਕਹਿਣ ਦਾ ਮਤਲਬ ਨੈਸ਼ਨਲ ਸਟਾਈਲ ਨੂੰ ਦੁਆਰਾ ਤੋਂ ਕੀ ਕੀਤਾ, ਰੀਜਨਰੇਟ ਕੀਤਾ। ਹੋਇਆ ਕੀ ਸੀਗਾ 19ਵੀਂ ਸ਼ਤਾਬਦੀ ਜਾਂ ਫਿਰ ਕਹਿ ਸਕਦੇ 20ਵੀਂ ਸ਼ਤਾਬਦੀ ਦੇ ਵਿੱਚ ਸਾਡੇ ਇਹ ਜਾਨ ਕਿਉਂ ਪਾਈ ਗਈ, ਕਾਰਨ ਕੀ ਸੀ, ਕਿਉਂਕਿ ਉਸ ਟਾਈਮ ਦੇ ਵਿੱਚ ਸਾਡੇ ਇੰਡੀਆ ਦੇ ਉੱਤੇ ਪਹਿਲੇ ਸਭ ਤੋਂ ਪਹਿਲਾਂ ਮੁਗਲਾਂ ਦਾ ਰਾਜ ਹੋਇਆ, ਫਿਰ ਕਿਹਨਾਂ ਦਾ ਰਾਜ ਹੋਇਆ, ਤੁਹਾਡੇ ਆਪਣੇ ਬ੍ਰਿਟਿਸ਼ਰ ਦਾ ਰਾਜ ਹੋਇਆ, ਜਿਸ ਕਰਕੇ ਹੋਇਆ ਇੰਡੀਅਨ ਆਰਟਿਸਟ ਔਰ ਇੰਡੀਅਨ ਆਰਟਿਸਟ ਦਾ ਜਿਹੜਾ ਆਰਟ ਸੀ ਉਹ ਕੀ ਹੋ ਗਿਆ 19ਵੀਂ ਸ਼ਤਾਬਦੀ ਵਿੱਚ ਡਿਕਲਾਈਨ ਹੋ ਗਿਆ। ਤਾਂ ਦੁਬਾਰਾ ਤੋਂ ਜਦੋਂ ਇੰਡੀਆ ਆਜ਼ਾਦ ਹੋਇਆ ਤਾਂ ਦੁਬਾਰਾ ਤੋਂ ਫਿਰ ਕੀ ਕੀਤਾ ਗਿਆ, ਅਮਰਿੰਦਰ ਨਾਥ ਟੈਗੋਰ ਦੁਆਰਾ ਨਵਾਂ ਸਕੂਲ ਲਾਂਚ ਕੀਤਾ ਗਿਆ ਜਿਹਨੂੰ ਅਸੀਂ ਕੀ ਬੋਲਦੇ ਆ, ਬੰਗਾਲ ਸਕੂਲ ਆਫ ਆਰਟ 1950 ਦੇ ਵਿੱਚ। ਧਿਆਨ ਰੱਖਿਓ ਭਾਰਤ ਆਜ਼ਾਦ ਹੋਇਆ ਸੀ 1947 ਦੇ ਵਿੱਚ, ਬਟ ਇਹ ਜਿਹੜਾ ਨਵਾਂ ਕੰਮ ਲਾਂਚ ਕੀਤਾ ਗਿਆ ਸੀ, ਆਰਟ ਲਾਂਚ ਕੀਤੀ ਗਈ ਸੀ, ਆਈ ਮੀਨ ਇਮਰਜ ਕੀਤੀ ਗਈ ਸੀ, ਐਸਟੈਬਲਿਸ਼ ਕੀਤੀ ਗਈ ਸੀ 1950 ਦੇ ਵਿੱਚ। ਇਹ ਧਿਆਨ ਰੱਖਿਓ। ਬਟ 19th ਸੈਂਚੁਰੀ ਦੇ ਵਿੱਚ ਇਹ ਚੀਜ਼ ਡਿਕਲਾਈਨ ਤਾਂ ਹੋਈ ਔਰ ਬ੍ਰਿਟਿਸ਼ਰ ਦੁਆਰਾ ਜਿਹੜੀ ਪੇਂਟਿੰਗ ਸਟਾਰਟ ਕੀਤੀ ਗਈਆਂ ਸੀ ਉਹਨਾਂ ਦੇ ਐਫਰਟ ਦੇ ਨਾਲ ਉਹ ਪੇਂਟਿੰਗ ਦਾ ਕੰਮ ਵੀ ਨਹੀਂ ਹੋ ਪਾਇਆ। ਕਾਰਨ ਕੀ ਸੀਗੀਆਂ, ਕਿਉਂਕਿ ਜਿਹੜੇ ਇੰਡੀਅਨ ਸੀਗੇ ਉਹ ਬਹੁਤ ਸਾਰੀ ਆਪਣੀ ਐਸੋਸੀਏਸ਼ਨ ਦੇ ਵਿੱਚ ਆ ਗਏ ਸੀਗੇ, ਉਹਨਾਂ ਨੇ ਆਪਣੀ ਕਮੇਟੀਜ਼ ਬਣਾਉਣੀ ਸਟਾਰਟ ਕਰਤੀਆਂ ਸੀ, ਜਿਸ ਕਰਕੇ ਬ੍ਰਿਟਿਸ਼ਰ ਕੀ ਹੋ ਗਏ ਸੀ, ਘਬਰਾ ਗਏ ਸੀ ਜਾਂ ਕਹਿ ਸਕਦੇ ਡਰ ਵੀ ਗਏ ਸੀ। ਤਾਂ ਉਹਨਾਂ ਦਾ ਪੇਂਟਿੰਗ ਕਰਨੀ ਤੋਂ ਹੱਦ ਕੀ ਹੋ ਗਿਆ, ਪਿੱਛੇ ਹੋ ਗਿਆ। ਕਹਿਣ ਦਾ ਮਤਲਬ ਅਗਰ ਮੈਂ ਗੱਲ ਕਰਾਂ 19ਵੀਂ ਸ਼ਤਾਬਦੀ ਐਂਡ ਦੇ ਵਿੱਚ ਜਾਂ 20ਵੀਂ ਸ਼ਤਾਬਦੀ ਦੇ ਸ਼ੁਰੂਆਤ ਦੇ ਵਿੱਚ ਜਿਹੜਾ ਰਾਜਾ ਰਵੀ ਵਰਮਾ ਦੁਆਰਾ ਕੰਮ ਕੀਤਾ ਗਿਆ ਸੀ ਜਾਂ ਬ੍ਰਿਟਿਸ਼ਰ ਦੁਆਰਾ ਕੰਮ ਕੀਤਾ ਗਿਆ ਸੀ, ਦਿਸ ਆਰਟ ਹੈਜ਼ ਕੇਮ ਟੂ ਐਂਡ। ਉਹਨਾਂ ਦਾ ਕੀ ਕਰ ਦਿੱਤਾ ਗਿਆ, ਮਤਲਬ ਇੱਕ ਐਂਡ ਕਰ ਦਿੱਤਾ ਗਿਆ। ਕਿੰਨਾ ਦੁਆਰਾ, ਇੰਡੀਅਨ ਐਸੋਸੀਏਸ਼ਨ ਦੁਆਰਾ, ਇੰਡੀਅਨ ਕਮੇਟੀਜ਼ ਦੁਆਰਾ। ਕਾਰਨ ਕੀ ਸੀ, ਕਿਉਂਕਿ ਜਿਹੜੇ ਇੰਡੀਅਨ ਸੀ ਉਸ ਟਾਈਮ ਦੇ ਵਿੱਚ ਯੂਨਿਟੀ ਦੇ ਵਿੱਚ ਆ ਚੁੱਕੇ ਸੀ, ਜਿਸ ਕਰਕੇ ਜਿਹੜੇ ਬ੍ਰਿਟਿਸ਼ਰ ਸੀ ਉਹ ਕੀ ਹੋ ਗਏ ਸੀ, ਘਬਰਾ ਗਏ ਸੀ ਕਿ ਵੀ ਇਹਨਾਂ 'ਚ ਐਸੋਸੀਏਸ਼ਨ ਆਪਣਾ ਬਣਨੀਆਂ ਸਟਾਰਟ ਹੋ ਗਈਆਂ ਔਰ ਜਿਹੜਾ ਆਰਟ ਇੱਕ ਵਰਕ ਕਰਦੇ ਹੋਏ ਨੇ ਉਹ ਸਿਰੇ ਚੜੂਗਾ। ਠੀਕ ਹੈ, ਜਿਸ ਕਰਕੇ ਬ੍ਰਿਟਿਸ਼ਰ ਨੇ ਆਪਣਾ ਪੇਂਟਿੰਗ ਕਰਨੀ ਤੋਂ ਹੱਥ ਕੀ ਕਰਤਾ, ਪਿੱਛੇ ਕਰ ਲਿਆ ਸੀ। ਠੀਕ ਹੈ, ਇਹ ਧਿਆਨ ਰੱਖਣਾ। ਦੂਸਰੀ ਗੱਲ ਅਗਰ ਮੈਂ ਗੱਲ ਕਰੂੰਗਾ, ਇਹਦੀ ਆਲਰੇਡੀ ਮੈਂ ਗੱਲ ਕਰ ਹੀ ਚੁੱਕਿਆ ਕਿ ਜਿਹੜਾ ਨਵੇਂ ਸਟਾਈਲ ਦੀ ਪੇਂਟਿੰਗ ਜਿਹੜੀ ਸ਼ੁਰੂਆਤ ਕੀਤੀ ਗਈ ਸੀ, ਪੇਂਟਿੰਗ ਦੀ ਸ਼ੁਰੂਆਤ ਕੀਤੀ ਗਈ ਸੀ ਉਹ ਕਿਹਦੇ ਦੁਆਰਾ ਕੀਤੀ ਗਈ ਸੀ, ਰਾਜਾ ਰਵੀ ਵਰਮਾ ਜੋ ਬਹੁਤ ਇੰਪੋਰਟੈਂਟ ਸੀਗੇ, ਔਰ ਦੂਸਰਾ ਤੁਹਾਡਾ ਆਪਣਾ ਈਵੀ ਹੈਵਲ ਦੁਆਰਾ ਸੀ। ਹੁਣ ਤੁਹਾਡੇ ਮਾਈਂਡ ਦੇ ਵਿੱਚ ਇੱਕ ਡਾਊਟ ਇਹ ਹੋਏਗਾ ਕਿ ਇੱਥੇ ਤਾਂ ਅਮਰਿੰਦਰ ਨਾਥ ਟੈਗੋਰ ਦਾ ਨਾਮ ਆਉਣਾ ਸ਼ੁਰੂ ਹੋਈ ਸੀ, ਉਹਨਾਂ ਨੇ ਸਕੂਲ ਆਫ ਆਰਟ ਚਲਾਈ ਸੀ ਬਟ ਇਹਨਾਂ ਨੇ पेंटिंग ਦਾ ਸਟਾਈਲ ਦੱਸਿਆ ਸੀ। ਇਹ ਧਿਆਨ ਰੱਖਿਓ, ਈਵੀ ਹੈਵਲ ਦੇ ਦੋਨੋਂ ਸਾइड से है, लेकिन पेंटिंग ਦੇ ਸਟਾਈਲ ਤੇ ਦੱਸਣ ਵਾਲੇ ਜੋ ਇੱਕ इंडियन आर्टिस्ट ने और कौन ने, राजा रवि वर्मा ने। ये ध्यान रखियो। ठीक है, नेक्स्ट पेपर के अकॉर्डिंग बहुत इंपॉर्टेंट पॉइंट है, इन 1908 ਦੇ ਵਿੱਚ 1908 ਦੇ ਵਿੱਚ ਐਗਜ਼ੀਬਿਸ਼ਨ ਹੋਈ ਸੀ ਪੇਂਟਿੰਗਸ ਦੀ। ਇਹ ਧਿਆਨ ਰੱਖਣਾ ਕੀ ਹੋਈ ਸੀ, ਐਗਜ਼ੀਬਿਸ਼ਨ ਹੋਈ ਸੀ ਪੇਂਟਿੰਗ ਦੀ, ਜਿਹਦੇ ਵਿੱਚ ਇਹ ਪੇਂਟਿੰਗ ਮਤਲਬ ਕਿ ਇਹ ਕਿੰਨਾ ਦੀ ਪੇਂਟਿੰਗ ਨੂੰ ਕਿਹੜੇ ਬੰਦੇ ਦੀ ਪੇਂਟਿੰਗ ਐਗਜ਼ੀਬਿਟ ਕੀਤੀ ਗਈ, ਕਿਹੜੇ ਬੰਦੇ ਦੀ ਪੇਂਟਿੰਗ ਨੂੰ ਸ਼ੋਅ ਕੀਤਾ ਗਿਆ। पेंटिंग ऑफ श्री अमरिंदर नाथ टैगोर, नंद लाल बोस, इन्हों का नाम नहीं भुलिया जा सकता, KP विगाटप्पा। ठीक है, ध्यान रखना। गजेंद्र नाथ टैगोर, इन्हों का नाम भी आप भुल नहीं सकते। वी शैलेंद्र नाथ, इन्हों का नाम भी आप भुल नहीं सकते। इन्होंने सब दियाँ पेंटिंग्स जो 1908 के विच एग्जीबिशन हुई सी, इन्हों की पेंटिंग्स को किया गया 1908 के विच एग्जीबिट किया गया, जिन्हों की इस पेंटिंग का विच काफ़ी लोगों ने प्रशंसा की सी। पर उन्होंने कुछ खास आर्टिस्ट की मैं गल करूँगा, उन्होंने नाम किहड़े-किहड़े ने। परसी ब्राउन ने उपर दी पेंटिंगां की प्रशंसा की,
ਜੌਨ ਵੁਡਸਵਰਥ ਨੇ ਉੱਪਰਲੀ ਪੇਂਟਿੰਗ ਦੀ ਪ੍ਰਸ਼ੰਸਾ ਕੀਤੀ, ਐਨਸੀ ਮਹਿਤਾ ਨੇ ਪ੍ਰਸ਼ੰਸਾ ਕੀਤੀ, ਐਪਰੀਸ਼ੀਏਟ ਕੀਤਾ, ਓਸੀ ਗਾਂਗੁਲੀ ਨੇ ਐਪਰੀਸ਼ੀਏਟ ਕੀਤਾ, ਇਨਕਰੇਜ ਦਿਸ ਆਰਟਸ ਵਿਦ देयर ਐਪਰੀਸੀਏਸ਼ਨ। ਇਹ ਸਾਰੇ ਇੱਕ ਵਧਾਈ ਦੇ ਪਾਤਰ ਸੀ ਜਿਨ੍ਹਾਂ ਨੇ ਇਹਨਾਂ ਦੀ ਉੱਪਰਲੀ ਪੇਂਟਿੰਗਸ ਦੀਆਂ ਜੋ 1908 ਦੇ ਵਿੱਚ ਐਗਜ਼ੀਬਿਸ਼ਨ ਹੋਈ ਸੀ ਉਹਨਾਂ ਦੀ ਇਸ ਪੇਂਟਿੰਗ ਦਾ ਕੀ ਕੀਤਾ, ਐਪਰੀਸ਼ੀਏਟ ਕੀਤਾ। ਉਸ ਟਾਈਮ ਦੇ ਵਿੱਚ ਅਗਰ ਮੈਂ ਗੱਲ ਕਰਾਂ 1908 ਦੇ ਵਿੱਚ ਇਨ ਦੀ ਸੇਮ ਟਾਈਮ 1908 ਦੇ ਵਿੱਚ ਲੇਡੀ ਹੈਰਿੰਗਮ ਸੀਗੀ ਜੋ ਇੰਡੀਆ ਦੇ ਵਿੱਚ ਆਈ ਸੀ। ਪਹਿਲੀ ਗੱਲ ਤਾਂ ਹਿਸਟਰੀ ਦੇ ਅਕੋਰਡਿੰਗ ਕੁਐਸਚਨ ਪੁੱਛ ਲੈਂਦੇ ਨੇ ਲੇਡੀ ਹੈਰਿੰਗਮ ਇੰਡੀਆ ਦੇ ਵਿੱਚ ਕਦੋਂ ਆਈ ਸੀ, ਤਾਂ ਧਿਆਨ ਰੱਖਣਾ 1908 ਦੇ ਵਿੱਚ ਆਈ ਸੀ। ਉਸ ਟਾਈਮ ਦੇ ਵਿੱਚ ਹੀ ਆਈ ਸੀ ਜਦੋਂ ਉਹ ਪੇਂਟਿੰਗ ਹੋਈ ਸੀ। ਤਾਂ ਉਹਨਾਂ ਨੇ ਕੀ ਕੀਤਾ ਸੀਗਾ, ਲੇਡੀ ਹੈਰਿੰਗਮ ਨੇ ਆ ਕੇ ਬਹੁਤ ਵਧੀਆ ਕੰਮ ਕੀਤਾ ਸੀ। ਇਹ ਧਿਆਨ ਰੱਖਣਾ ਇਹਨਾਂ ਨੇ ਕੰਮ ਕੀ ਕੀਤਾ ਸੀ, ਗੋਡ ਦਾ ਪੇਂਟਿੰਗ ਆਫ ਅਜੰਤਾ, ਅਜੰਤਾ ਦੀ ਜਿਹੜੀ ਪੇਂਟਿੰਗ ਹੈ, ਅਜੰਤਾ ਜਿਹੜੀ ਗੁਫਾਵਾਂ ਨੇ ਉਹ ਕਾਪੀ ਕੀਤੀਆਂ। ਕਿਹਨੇ ਕਾਪੀ ਕੀਤੀਆਂ? ਬਾਏ ਦਾ ਨੰਦਰਾਜ ਬੋਸ, ਅਸ਼ਿਤ ਕੁਮਾਰ ਹੈਲਦਰ ਐਂਡ ਵੇਕੇ ਵਟਕਟਪਾ ਟੱਪਾ। ਠੀਕ ਹੈ, ਇਹਨਾਂ ਦੀ ਕਾਪੀ ਕੀਤੀਆਂ। ਉਸ ਤੋਂ ਬਾਅਦ ਪਬਲਿਸ਼ ਕਿੱਥੇ ਕੀਤੀਆਂ ਸੀ? ਆਪਣੀ ਹੀ ਸਟੇਟ ਦੇ ਵਿੱਚ ਜਾ ਕੇ, ਜਿਹਦਾ ਨਾਮ ਕੀ ਸੀਗਾ, ਪਬਲਿਸ਼ ਕੀਤੀ ਗਈਆਂ ਇੰਡੀਅਨ ਸੁਸਾਇਟੀ ਲੰਡਨ ਵਿੱਚ ਆ ਕੇ ਕਾਪੀ ਪੇਂਟਿੰਗ ਦੀ ਕੀ ਕੀਤੀ ਗਈ, ਕਾਪੀ ਕੀਤੀ ਗਈ। ਕਾਪੀ ਮਤਲਬ ਕਾਪੀ ਕਰਕੇ ਲੈ ਚਲੇ ਗਏ, ਉੱਥੇ ਪਬਲਿਸ਼ ਕਰਤੀ ਹੈ ਇੰਡੀਅਨ ਸੁਸਾਇਟੀ ਲੰਡਨ ਦੇ ਵਿੱਚ। ਰਿਪੀਟ ਕਰ ਰਹੇ ਦੁਬਾਰਾ ਤੋਂ 1908 ਦੇ ਵਿੱਚ ਇਹੀ ਸੇਮ ਟਾਈਮ ਦੇ ਵਿੱਚ ਲੇਡੀ ਹੈਰਿੰਗਮ ਇੰਡੀਆ ਦੇ ਵਿੱਚ ਆਈ ਸੀ। ਗੋਡ ਦੀ ਪੇਂਟਿੰਗ ਆਫ ਅਜੰਤਾ ਦੀ ਪੇਂਟਿੰਗ ਲਿੱਤੀ ਜੋ ਕਿੰਨਾਂ ਨੇ ਕਾਪੀ ਕੀਤੀ ਹੋਈ ਸੀ, ਨੰਦਲਾਲ ਬੋਸ ਨੇ, ਅਸ਼ਿਤ ਕੁਮਾਰ ਹਲਦਰ ਨੇ। और उस तो दूसरा पॉइंट की है के वेंकटप्पा। ये ध्यान रखना इन्हों की कॉपी लैके उन्होंने पब्लिश की, कितने पब्लिश की, इंडिया सोसाइटी लंडन में जाके की पब्लिश की। उस तो बाद ਦੁਬਾਰਾ ਤੋਂ ਫਿਰ ਇੱਕ ਪੇਂਟਿੰਗ ਦੀ ਕਾਪੀ ਹੋਈ ਸੀ ਜਿਹਦਾ ਲੈਕਚਰ ਮੈਂ ਤੁਹਾਡੇ ਨਾਲ ਅਗਲਾ ਲੈ ਕੇ ਆਉਂਗਾ। ਇੱਥੇ ਅਜੰਤਾ ਦੀ ਗੁਫਾਵਾਂ ਦੀ ਕਾਪੀ ਕੀਤੀ ਗਈਆਂ, ਇੱਥੇ ਕਿਹਦੀ ਕਾਪੀ ਕੀਤੀ ਗਈ ਪੇਂਟਿੰਗ ਮਤਲਬ ਕਾਪੀ ਕੀਤੀ ਗਈ ਬਾਗ ਗੁਫਾਵਾਂ ਦੀਆਂ ਕਾਪੀ ਕੀਤੀ। ਇਹ ਤੁਹਾਡੇ ਸਿਲੇਬਸ ਦਾ ਪੁਆਇੰਟ ਵੀ ਹੈ। ਅਜੰਤਾ ਔਰ ਬਾਗ ਕੇਵ ਦੀਆਂ ਪੇਂਟਿੰਗਸ ਦੱਸਣੀਆਂ ਨੇ, ਉਹਦਾ ਇੱਕ ਟੌਪਿਕ ਵੀ ਹੈ, ਉਹ ਵੀ ਆਪਾਂ ਕਰਾਂਗੇ ਕੰਪਲੀਟ ਇਸ ਚੀਜ਼ ਦੇ ਵਿੱਚ। ਤੇ ਧਿਆਨ ਰੱਖਣਾ ਕਿਹੜੀ ਕਿਹੜੀ ਦੋ ਚੀਜ਼ਾਂ ਦੀ ਕਾਪੀ ਹੋਈ, ਇੱਕ ਤਾਂ ਅਜੰਤਾ ਦੀ ਗੁਫਾਵਾਂ ਦੀ ਕਾਪੀ ਕੀਤੀ ਗਈ, ਇੱਕ ਤੁਹਾਡੇ ਆਪਣੇ ਬਾਗ ਕੇਵ ਦੀ ਕੀ ਕੀਤੀ ਗਈ ਹੈ मतलब कि कॉपी की गई। ये ध्यान रखना। उस तो बाद नैक्सट एक हिस्टोरीयन पॉइंट्स ने जिन्होंने भुलिया नहीं जा सकता, रिलीजियस थीम्स। हुण अगर मैं गल करा ये रिलीजियस थीम्स कौन ने, लाइक जिवें तुहाडे नाल मैंने उपर कवर किया सी रासलीला होगी, ठीक है, राधिका होगी, उस तो मेघदूत हो गए। ये कुछ आइज थीम ने जो पेंट किए गए। पेंट किन्हां ने किए सी? ईश्वरी प्रसाद जो पटना के रहने वाले सी, उन्होंने अपने स्कूल दे विच इन्हां रिलीजियस थीम की पेंटिंग की जो कित्थे रहन वाले सी, अपने कैलकटा दे। अजकल नाम कैलकटा है, वैसे इन्हूं पहला कोलकाता बोल दिंदे सी। ये ध्यान रखना, ठीक है, बहुत इंपॉर्टेंट पॉइंट सी। ईश्वरी प्रसाद ऑफ पटना स्कूल पेंटिंग रिलीजियस थीम एट दी कैलकटा। आओ थोड़े सामने हुण सबजैक्ट मैटर की गल करूँगा। बेंगोल स्कूल दे विच किहड़ी पेंटिंगां पहलां कीती जांदियां सी। वैसे तो अगर मैं गल करां मोस्ट प्रोबेबली दो ही मेन ने, एक हिस्टोरिकल पेंटिंग और सैकेंड वन है थोड़ी अपनी रिलीजियस पेंटिंग। हुण फस्ट आती है थोड़ी अपनी हिस्टोरिकल पेंटिंग और सैकेंड वन आती है थोड़ी अपनी रिलीजियस पेंटिंग। तो हिस्टोरिकल पेंटिंग के अकॉर्डिंग किहड़े सीगे? 3 बंदे सीगे, तिश्यरक्षिता, बुद्धा और सुजाता। ठीक है, ये पेंट की गई किन्हां द्वारा? अमरिंद्रनाथ टैगोर द्वारा। पहली गल, ठीक है, ध्यान रखना पेपर च पूछ लेंदे ने। फर्स्ट पॉइंट हो गया। और सैकेंड पॉइंट की है अकबर और कुणाल की पेंटिंग किन्होंने की सी? अशित कुमार हैलदर ने की सी। हुण रिपीट कर रहे हैं, अमरिंद्रनाथ टैगोर बेंगोल स्कूल के 3 पेंटिंग की, अशित रक्षिता, बुद्धा और सुजाता अमरिंद्रनाथ टैगोर द्वारा पेंट की गई हैं। अकबर एंड कुणाल की जो पेंटिंग है वह किन्हां द्वारा की गई सी? अशित कुमार हैलदर जो एक कहना मतलब फेमस पेंटर सीगे या उन्होंने द्वारा एक फेमस पेंटिंग की गई सी। हुण अगर मैं रिलीजियस थीम की गल करा तो एक पेंटिंग मुरे आऊगी जिन्हें असीं की बोलते हैं, रिलीजियस पेंटिंग बोलते हैं। ये 3 पेंटिंग की गई, महाकाली की, दूसरी की गई शिव पार्वती की, थर्ड की गई थोड़ी अपनी कृष्णा की, और फोर्थ वन की गई कृष्णा की गोपियां की। हुण ये गोपियां कौन ने, कृष्णा कौन ने, वो आपां अगले लैक्चर के पढ़ांगे जो थोड़े नाल जिहदे विच असीं सारी पेंटिंग्स नूं कीती है डिपिक्ट किया है। नैक्सट आंदा है थर्ड वन लिटरेरी थीम। हुण इस लिटरेरी थीम दे विच की होगा? जो लिटरेरी मतलब होंदा है एक लिटरेचर वांग होंदी है। लिटरेचर मतलब जिहदे विच कुछ ना कुछ एक कहना मतलब एक हिस्टरी वांग दस्सिया जांदा है। साहित्य जिन्हों असीं बोलदे हिंदी दे विच एक रचना द्वारा दस्सिया जांदा है। और रचना कौन किहदी रचना सी? मेघदूत की रचना सी जो किहदे द्वारा लिखी गई सी? राम गोपाल, ठीक है, विश्ववर्गीय। ये ध्यान रखना पेपर दे विच पूछ लैंदे ने। यह एक लिटरेचर थीम सी मेघदूत जो किन्हां द्वारा सीगी? जिन्हां दी सीगी राम गोपाल विश्ववर्गीय,
ਇੱਕ ਪੇਂਟਰ ਸੀਗੇ ਜਾਂ ਕਹਿ ਸਕਦੇ ਉਹਨਾਂ ਦਾ ਇੱਕ ਥੀਮ ਰਚਿਆ ਗਿਆ ਸੀ। ਉਸ ਥੀਮ ਨੂੰ ਅਸੀਂ ਕੀ ਬੋਲਦੇ ਆ, ਮੇਘਦੂਤ ਦਾ ਥੀਮ ਬੋਲਦੇ ਆ, ਲਿਟਰੇਰੀ ਥੀਮਸ। ਨੈਕਸਟ ਆਉਂਦਾ ਹੈ ਸੋਸ਼ਲ ਲਾਈਫ। ਹੁਣ ਮੈਂ ਗੱਲ ਕਰਾਂ ਸੋਸ਼ਲ ਲਾਈਫ ਦੀ, ਤਾਂ ਜਿੱਥੇ ਤੁਹਾਨੂੰ ਪਤਾ ਲੱਗ ਰਿਹਾ ਹੋਏ ਉੱਪਰ ਆਪਾਂ ਕੰਟਰੀਬਿਊਸ਼ਨ ਪੜ੍ਹ ਕੇ ਆਏ ਸੀ, ਬ੍ਰਿਟਿਸ਼ਰ ਦਾ ਰਾਜ ਹੋ ਚੁੱਕਿਆ ਸੀ ਇੰਡੀਆ ਦੇ ਉੱਤੇ। ਤਾਂ ਹੁਣ ਅਗਰ ਮੈਂ ਗੱਲ ਕਰਾਂ, ਬ੍ਰਿਟਿਸ਼ਰ ਦਾ ਰਾਜ ਕੱਲ੍ਹ ਇੰਡੀਆ ਉੱਤੇ ਨਹੀਂ ਹੋਇਆ, ਇੰਡੀਆ ਦੇ ਇਨਸਾਨਾਂ ਉੱਤੇ ਵੀ ਹੋਇਆ, ਇੰਡੀਆ ਦੀ ਸੁਸਾਇਟੀ ਉੱਤੇ ਵੀ ਹੋਇਆ। ਅਗਰ ਮੈਂ ਗੱਲ ਕਰਾਂ ਸੁਸਾਇਟੀ ਵਾਂਗ, ਤਾਂ ਸੁਸਾਇਟੀ ਵੀ ਕਹਿਣਾ ਠੀਕ ਹੋਏਗਾ। ਅਗਰ ਮੈਂ ਗੱਲ ਕਰਾਂ ਬ੍ਰਿਟਿਸ਼ਰ ਦਾ ਰਾਜ ਇੰਡੀਆ ਦੇ ਵਿੱਚ ਸੋਸ਼ਲ ਲਾਈਫ ਉੱਤੇ ਵੀ ਇਫੈਕਟ ਪਾਉਂਦਾ ਹੈ। ਅਗਰ ਸੋਸ਼ਲ ਲਾਈਫ ਉੱਤੇ ਇੰਪੈਕਟ ਪਾਊਗਾ ਤਾਂ ਵੀ ਦੇਸ਼ ਦੀ ਇਕਨੋਮੀ ਉੱਤੇ ਵੀ ਇਫੈਕਟ ਪਾਊਗਾ ਹੀ ਪਾਊਗਾ। ਠੀਕ ਹੈ, ਇਕਨੋਮੀ ਉੱਤੇ ਇਫੈਕਟ ਪਊਗਾ ਤਾਂ ਓਵਰਆਲ ਹੈ ਕਹਿੰਦਾ ਮਤਲਬ ਇਨਵਾਇਰਮੈਂਟ ਉੱਤੇ ਵੀ ਕੀ ਪਊਗਾ, ਇਫੈਕਟ ਪਏਗਾ ਹੀ ਪਏਗਾ। ਤੇ ਕਹਿਣਾ ਗਲਤ ਨਹੀਂ ਹੋਏਗਾ ਕਿ ਜੋ ਪੇਂਟਿੰਗ ਦੱਸਦੀਆਂ ਸੀਗੀਆਂ ਉਹ ਪੇਂਟਿੰਗ ਕੀ ਡਿਪਿਕਟ ਕਰਦੀਆਂ ਸੀਗੀਆਂ, ਸੁਸਾਇਟੀ ਦੀ ਲਾਈਫ ਨੂੰ, ਆਈ ਮੀਨ ਟੂ ਸੇ ਕਹਿਣ ਦਾ ਮਤਲਬ ਸੋਸ਼ਲ ਲਾਈਫ ਨੂੰ ਕੀ ਕਰਦੀਆਂ ਸੀ, ਇਫੈਕਟ ਕਰਦੀਆਂ ਸੀ। ਇਹਦੇ ਰਾਹੀਂ ਵੀ 3 ਪੇਂਟਿੰਗਸ ਹੋਈਆਂ ਸੀ ਬੰਗਾਲ ਸਕੂਲ ਫਾਟ ਦੇ ਵਿੱਚ। ਫਸਟ ਹੋਈ ਹਾਰਡਵੇਅਰ ਮਰਚੈਂਟ, ਪਹਿਲਾ ਮਤਲਬ ਬੈਗਰ ਦੇ ਉੱਤੇ ਪੇਂਟਿੰਗ ਹੋਈ। ਦੂਸਰਾ ਲਾਸਟ ਜਰਨੀ, ਜੋ ਜਰਨੀ ਕਿਸ ਬੇਸ ਤੇ ਸੀ, ਕੈਮਲ ਦੇ ਉੱਤੇ ਸੀ, ਇੱਕ ਊਠ ਦੇ ਉੱਤੇ ਸੀ। ਉਹਦੀ ਪੇਂਟਿੰਗ ਮੈਂ ਤੁਹਾਡੇ ਨਾਲ ਸ਼ੋਅ ਕਰੂੰਗਾ ਜੋ ਇੱਕ ਸੋਸ਼ਲ ਲਾਈਫ ਨੂੰ ਸ਼ੋਅ ਕਰਦੀਆਂ ਨੇ। ਇਹ ਵੈਸੇ ਮੈਂ ਗੱਲ ਦੱਸਦਾ ਨਾ, ਜੋ ਕੈਮਲ ਦੀ ਹਿਸਟਰੀ ਹੈ ਇੱਕ ਆਦਮੀ ਦੀ ਹਿਸਟਰੀ ਹੈ। ਆਦਮੀ ਜਿਵੇਂ ਸਵੇਰੇ ਜਾਂਦਾ ਰਾਤ ਨੂੰ ਥੱਕ ਕੇ ਚੂਰ ਹੋ ਕੇ ਸੋ ਜਾਂਦਾ ਹੈ, ਐਵੇਂ ਇੱਕ ਕੈਮਲ ਦੀ ਹਿਸਟਰੀ ਹੈ ਜੋ ਜਿਹਦਾ ਕਹਿੰਦਾ ਜਿਹਦੀ ਊਠ ਦੀ ਸਵਾਰੀ ਕਹਿੰਦਾ ਦਿਨ ਰਾਤ ਭਰੀ ਰਹਿੰਦੀ ਹੈ, ਖਾਣ ਨੂੰ ਉਸਨੂੰ ਕੁਝ ਨਹੀਂ ਮਿਲਦਾ, ਔਰ ਐਸੇ ਇੱਕ ਰਾਸਤਾ ਆਉਂਦਾ, ਇੱਕ ਵੇ ਆਉਂਦੀ, ਇੱਕ ਐਸੀ ਜਰਨੀ ਆਉਂਦੀ ਹੈ, ਬਾਅਦ ਵਿੱਚ ਆਪਣਾ ਸਾਹ ਹੀ ਛੱਡ ਦਿੰਦਾ, ਮਤਲਬ ਕਿ ਉਹਦੀ ਡੈਥ ਹੋ ਜਾਂਦੀ ਹੈ। ਇਟਸ ਅਬਾਊਟ ਟੂ ਆ ਡੈਡ, ਮਤਲਬ ਕਿ ਉਸ ਚੀਜ਼ ਨੂੰ ਅਸੀਂ ਕੀ ਬੋਲਦੇ ਹਾਂ, ਲਾਸਟ ਜਰਨੀ ਬੋਲਦੇ ਹਾਂ। ਨੈਕਸਟ ਆਓ ਅਗਲਾ ਪੁਆਇੰਟ ਹੈ ਬਰਡਸ ਐਂਡ ਐਨੀਮਲਸ ਦਾ। ਬਰਡਸ ਐਂਡ ਐਨੀਮਲਸ ਦੀ ਮੈਂ ਗੱਲ ਕਰਾਂ ਤਾਂ ਇਹਦੇ ਵਿੱਚ ਉਹੀ ਕਹਿਣਾ ਸ਼ੁਰੂਆਤ ਕਰੂੰਗਾ ਕਿ ਕੈਮਲ ਦੇ ਅਕੋਰਡਿੰਗ ਇੱਕ ਸਟੋਰੀ ਮੋਰੇ ਆਈ ਸੀ ਜਿਹਨੂੰ ਅਸੀਂ ਲਾਸਟ ਜਰਨੀ ਬੋਲਦੇ ਹਾਂ। ਤਾਂ ਉਹੀ ਚੀਜ਼ ਦਿੱਤੀ ਹੈ, ਬਰਡਸ ਐਂਡ ਐਨੀਮਲਸ ਦੀ ਪੇਂਟਿੰਗ ਦਿਖਾਈ ਜਾਊਗੀ ਮੇਘਦੂਤ ਦੀ ਸੀਰੀਜ਼ ਦੇ ਵਿੱਚ। ਉਹਦੇ ਵਿੱਚ ਮੈਂ ਤੁਹਾਡੇ ਨਾਲ ਨੀਚੇ ਗੱਲ ਕਰੂੰਗਾ ਕਿ ਮੇਘਦੂਤ ਦੀ ਸੀਰੀਜ਼ ਦੇ ਵਿੱਚ ਬਰਡਸ ਨੇ ਵੀ ਹੈਲਪ ਕੀਤੀ ਹੈ, ਈਵਨ ਕਿ ਐਨੀਮਲਸ ਨੇ ਵੀ ਹੈਲਪ ਕੀਤੀ ਹੈ, ਈਵਨ ਕਿ ਕਲਾਊਡਸ ਨੇ ਵੀ ਉਹਨਾਂ ਦੀ ਹੈਲਪ ਕੀਤੀ ਸੀ। ਜਦੋਂ ਐਜ਼ ਅ ਕਲਾਊਡ ਮੈਸੇਂਜਰ ਦੇ ਤੌਰ ਤੇ ਕੰਮ ਕਰਦਾ ਸੀ, ਉਹਨਾਂ ਦਾ ਇੱਕ ਮੈਸੇਜ ਉਹਨਾਂ ਦੀ ਵਾਈਫ ਤੱਕ ਪਹੁੰਚਾਇਆ ਜਾਂਦਾ ਸੀ, ਔਰ ਵਾਈਫ ਦਾ ਮੈਸੇਜ ਕਿੱਥੇ ਤੱਕ ਪਹੁੰਚਾਇਆ ਜਾਂਦਾ ਸੀ, ਮੇਘਦੂਤ ਸੀਰੀਜ਼ ਆਈ ਮੀਨ ਟੂ ਯਕਸ਼ ਦੇ ਪਾਸ ਪਹੁੰਚਾਇਆ ਜਾਂਦਾ ਸੀ। ਇਹ ਧਿਆਨ ਰੱਖਿਓ, ਠੀਕ ਹੈ। ਬਟ ਇਸ ਪਿਕਚਰ ਦੇ ਵਿੱਚ ਬੰਗਾਲ ਸਕੂਲ ਆਫ ਆਰਟ ਦੇ ਵਿੱਚ ਮੋਸਟ ਪ੍ਰੋਬੇਬਲੀ ਅਗਰ ਗੱਲ ਕੀਤੀ ਜਾਵੇ ਬਰਡਸ ਦੀ ਕੋਈ ਗੱਲ ਨਹੀਂ ਕੀਤੀ ਗਈ, ਲੇਕਿਨ ਐਨੀਮਲਸ ਦੀ ਬਹੁਤ ਜ਼ਿਆਦਾ ਗੱਲ ਕੀਤੀ ਗਈ ਹੈ। ਔਰ ਮੈंने ਮੈਂਸ਼ਨ ਵੀ ਕੀਤਾ ਹੋਇਆ ਹੈ, ਬਟ ਦ ਐਨੀਮਲ ਪੇਂਟਿੰਗ ਆਰ ਰੀਅਲੀ ਬਿਊਟੀਫੁਲ, ਠੀਕ ਹੈ, ਐਂਡ ਐਕਸਪ੍ਰੈਸਿਵ। ਧਿਆਨ ਰੱਖਿਓ, ਜਿਵੇਂ ਕਿ ਹੁਣ ਮੈਂ ਗੱਲ ਕਰਾਂ ਐਨੀਮਲਸ ਦੀ ਤਾਂ ਤੁਹਾਡੇ ਸਾਹਮਣੇ ਇੱਕ ਵਰਡ ਆਊਗਾ ਲਾਸਟ ਜਰਨੀ, ਜੋ ਕਿਸ ਬੇਸ ਤੇ ਸੀਗੇ, ਇੱਕ ਦਾ ਐਂਡ ਆਫ ਦੀ ਕੈਮਲ ਹੈਜ਼ ਬੀਨ ਡਿਪਿਕਟ, ਜਿਹਦੇ ਵਿੱਚ ਕਿਹਨੂੰ ਦਰਸਾਇਆ ਗਿਆ, ਇੱਕ ਕੈਮਲ ਦੇ ਲਾਈਫ ਨੂੰ, ਜਾਂ ਕਹਿੰਦਾ ਮੈਂ ਇੱਕ ਕੈਮਲ ਦੇ ਫੇਸ ਨੂੰ ਕੀ ਕੀਤਾ ਗਿਆ, ਟੱਚ ਕੀਤਾ ਗਿਆ। ਇਹ ਧਿਆਨ ਰੱਖਣਾ, ਠੀਕ ਹੈ ਜੀ। ਨੈਕਸਟ ਆਓ ਲਾਸਟ ਵਨ ਹੈ, ਜੋ ਲਾਸਟ ਵਨ ਦੇ ਵਿੱਚ ਕੀ ਸੀਗਾ, ਲੈਂਡਸਕੇਪ ਪੇਂਟਿੰਗ। ਲੈਂਡਸਕੇਪ ਪੇਂਟਿੰਗ ਦੀ ਗੱਲ ਕੀਤੀ ਜਾਵੇ ਤੇਰੇ ਵਿੱਚ ਜਿਹੜੀ ਲੈਂਡਸਕੇਪ ਪੇਂਟਿੰਗਸ ਹੋਣਗੀਆਂ ਉਹ ਵੀ ਬਿਊਟੀਫੁਲ ਕੀਤੀ ਗਈਆਂ ਨੇ ਇਸ ਸਕੂਲ ਦੇ ਵਿੱਚ। ਇਸ ਸਕੂਲ ਦਾ ਨਾਮ ਕੀ ਹੈ, ਬੰਗਾਲ ਸਕੂਲ ਆਫ ਆਰਟ ਦੀ ਗੱਲ ਕੀਤੀ ਗਈ ਹੈ, ਇਹ ਧਿਆਨ ਰੱਖਿਓ, ਠੀਕ ਹੈ ਜੀ। ਨੈਕਸਟ ਆਓ ਅਗਲਾ ਪੁਆਇੰਟ ਹੈ ਕਰੈਕਟਰਿਸਟਿਕ। ਹੁਣ ਕਰੈਕਟਰਿਸਟਿਕ ਦੀ ਗੱਲ ਕੀਤੀ ਜਾਵੇ ਤੇ ਬੰਗਾਲ ਸਕੂਲ ਦੇ ਕਰੈਕਟਰਿਸਟਿਕ ਵਿੱਚ ਕਿਹੜੀ ਕਿਹੜੀ ਚੀਜ਼ਾਂ ਦਿਖਾਈ ਜਾਣਗੀਆਂ। ਦੇਖੋ ਤੁਹਾਡੇ ਸਾਹਮਣੇ ਅਗਰ ਮੈਂ ਕਰੈਕਟਰਿਸਟਿਕ ਦੀ ਗੱਲ ਕਰਾਂ ਤਾਂ ਕੁਝ ਪੋਜ਼ਿਟਿਵ ਪੁਆਇੰਟ ਵੀ ਹੁੰਦੇ ਨੇ, ਕੁਝ ਨੈਗੇਟਿਵ ਪੁਆਇੰਟ ਵੀ ਹੁੰਦੇ ਨੇ। ਤਾਂ ਕਰੈਕਟਰਿਸਟਿਕਸ ਕਿਹੜੇ ਕਿਹੜੇ ਹੋਣਗੇ, ਅਜੰਤਾ ਦੀ ਗੁਫਾਵਾਂ ਦੀਆਂ ਕਾਪੀ ਲਿੱਤੀ ਗਈਆਂ ਸੀਗੀਆਂ ਲੇਡੀ ਹਿਰਗੰਬਲ ਦੁਆਰਾ, ਜੋ 1908 ਦੇ ਵਿੱਚ ਇੰਡੀਆ ਦੇ ਵਿੱਚ ਆਈ ਸੀ। ਉਹਨਾਂ ਨੇ ਹੀ ਅਜੰਤਾ ਦੀ ਗੁਫਾਵਾਂ ਦੀ ਪੇਂਟਿੰਗ ਕੀਤੀ ਸੀ ਆਪਣੀ ਐਬਿਲਿਟੀ ਦੇ ਨਾਲ। ਬਟ ਉਹੀ ਚੀਜ਼ ਦਿੱਤੀ ਵੀ ਹੈ ਕਿ ਇੰਡੀਅਨ ਆਰਟਿਸਟ ਕਹਿੰਦਾ ਮਤਲਬ ਜੋ ਬੰਗਾਲ ਦੇ ਪੇਂਟਰਸ ਨੇ ਉਹਨਾਂ ਨੇ ਕੀ ਇੰਟਰੋਡਿਊਸ ਕੀਤਾ ਕਿ ਜਿਹੜੀ ਤੁਹਾਡੀ ਅਜੰਤਾ ਦੀ ਗੁਫਾਵਾਂ ਨੇ ਉਹ ਡੈਲੀਗੇਟ ਨੇ, ਠੀਕ ਹੈ, ਪੇਂਟਿੰਗ ਡੈਲੀਗੇਟ ਹੈ। ਉਹ ਜਿਹੜੀ ਜਨਤਾ ਦੀ ਗੁਫਾਵਾਂ ਦੀ ਪੇਂਟਿੰਗ ਕੀਤੀ ਗਈਆਂ ਨੇ ਉਹਨਾਂ ਨੇ ਆਰਟਿਸਟ ਨੇ ਆਪਣੀ ਐਬਿਲਿਟੀ ਦੇ ਉੱਤੇ ਕੀਤੀਆਂ ਨੇ, ਆਪਣੀ ਯੋਗਤਾ ਉੱਤੇ ਕੀਤੀਆਂ ਨੇ। ਉਹ ਜਿਹੜੀ ਐਬਿਲਿਟੀ ਪਾਈ ਗਈ ਹੈ ਉਹ ਪੂਰੀ ਬੈਸਟ ਵੇ ਨਾਲ ਦਿਖਾਈ ਗਈ ਹੈ, ਡਿਪਿਕਟ ਕੀਤੀ ਗਈ ਹੈ। ਉਸ ਤੋਂ ਬਾਅਦ ਸੈਕੰਡ ਪੁਆਇੰਟ ਕੀ ਹੈ, ਫੁੱਲ ਆਫ ਇੰਡੀਅਨ ਟ੍ਰੈਡੀਸ਼ਨ। ਓਬਵੀਅਸ ਹੈ, ਫੁੱਲ ਆਫ ਇੰਡੀਅਨ ਟ੍ਰੈਡੀਸ਼ਨ ਮਤਲਬ ਸਿਰਫ ਇੰਡੀਅਨ ਆਰਟਿਸਟ ਦੁਆਰਾ ਨੈਸ਼ਨਲ ਆਰਟ, ਇੰਡੀਅਨ ਆਰਟ ਨੂੰ ਹੀ ਕੀ ਕੀਤਾ ਗਿਆ, ਪ੍ਰੋਤਸਾਹਿਤ ਕੀਤਾ ਗਿਆ, ਉਸ ਨੂੰ ਹੀ ਕੀ ਕੀਤਾ ਗਿਆ, ਇੰਟੀਮੇਟ ਕੀਤਾ ਗਿਆ। ਉਹਦੀ ਹੀ ਸੂਚਨਾ ਕਸ਼ਮੀਰ ਟੂ ਕੰਨਿਆਕੁਮਾਰੀ ਤੱਕ ਘੁਮਾਈ ਗਈ ਹੈ। ਮਤਲਬ ਆਲ ਓਵਰ ਇੰਡੀਆ ਦੇ ਵਿੱਚ ਈਵਨ ਕਿ ਅਗਰ ਮੈਂ ਗੱਲ ਕਰਾਂ ਫੋਰਨਰ ਨੇ ਵੀ ਇਸ ਚੀਜ਼ ਨੂੰ ਕੀ ਕੀਤਾ ਸੀ, ਐਪਰੀਸ਼ੀਏਟ ਕੀਤਾ ਸੀ। ਜਿਹੜੇ ਟ੍ਰੈਡੀਸ਼ਨਲ ਸਟਾਈਲ ਦੀ ਪੇਂਟਿੰਗਸ ਨੇ, ਆਈ ਮੀਨ ਪੁਰਾਤਨ ਜ਼ਮਾਨੇ ਦੀ ਪੇਂਟਿੰਗਸ ਨੇ ਇਸ ਸਕੂਲ ਦੇ ਵਿੱਚ, ਉਹ ਮੇਨ ਮਤਲਬ ਇੰਡੀਅਨ ਟ੍ਰੈਡੀਸ਼ਨ ਨੂੰ ਹੀ ਅੱਗੇ ਕੀਤਾ ਗਿਆ, ਇਨਕਰੇਜ ਕੀਤਾ ਗਿਆ। ਉਸ ਤੋਂ ਬਾਅਦ ਜਿਹੜੀ ਪੇਂਟਿੰਗ ਨੇ ਉਹ ਸਿੰਪਲ ਵੇ ਦੀਆਂ ਨੇ। ਉਹ ਜਿਹੜੀ ਪੇਂਟਿੰਗਸ ਨੇ ਉਹ ਬਹੁਤ ਕਲੀਅਰ ਨੇ। ਉਹ ਤਾਂ ਮੇਰੇ ਨਾਲ ਤੁਸੀਂ ਲੈਕਚਰ ਦੇਖੋਗੇ ਕਿ ਗੋਪੀ ਜਾਂ ਰਾਸ ਲੀਲਾ ਕ੍ਰਿਸ਼ਨ ਜੀ ਦੇ ਨਾਲ ਕਿਸ ਤਰ੍ਹਾਂ ਦੀ ਪੇਂਟਿੰਗ ਹੈ, ਕੀ ਦਰਸਾਉਂਦੀ ਹੈ,
ठीक है, भारत माता की पेंटिंग की दर्शाती है। उस तो बाद अगर गल करा तो नैशनल फ्लैग जो साढ़े 4 चेंज हुए सी वो क्लीयर पिक्चर की दसते हैं। ठीक है, इन्हों समझण वास्ते मतलब कि कोई भी जटिल भाषा यूज़ नहीं की गई है, सिंपल भाषा यूज़ की गई ताकि हर एक इंसान प्रोपर वे इन्हों की कर सके, समझ सके। उस तो बाद अगर गल करिए फिगर्स की, तेरे भी जी फिगर्स ने, आई मीन टू फिगर का कहने का मतलब जो डिपिक्शन दी गई है वो बड़ी डेलीकेट वे न दसी गई है और ग्रेसफुल वे न दसी गई है। बट कुछ ना कुछ कहने मतलब कुछ आर्टिस्ट सीगे उन्होंने प्रॉपर वे इस नाल काम नहीं किया। ठीक है, वो थोड़े अपने ड्रॉबैक के आएंगे जो तुम मेरे नीचे पढ़ोगे। कई साइज घट रह गया, कई आर्टिस्ट की फिगर्स को पतला कर दिता गया, कईयों की बाजू कमजोर कर दी गई, पतली कर दी गई, हाइट लंबी कर दी गई। वो करैक्टरिस्टिक का पॉइंट नहीं है, वो थोड़े अपने ड्रॉबैक का पॉइंट है, ये ध्यान रखना। ठीक है, नैक्सट अगला पॉइंट है टेक्नीक। हाँ जी, टेक्नीक तो ऑलरेडी मैं थोड़े नाल गल कर ही चुकिया कि ये वॉश टेक्नीक यूज़ की जाती सी। वॉश टेक्नीक मतलब की है कि वाटर कलर यूज़ किए जाते सी। वाटर कलर कहना मतलब एक पेपर उत्ते कलरिंग की जाती सी, जिन्ना एक पेपर ऑब्जर्व कर लेंदा सी उस कलर नूं तो वो ठीक है, बाकी जो बच जाता सी वो किसी ब्रश की हैल्प दे नाल या टूल की हैल्प नाल वो कलर मतलब कि दीवार तो उठा लिता जाता सी। उस टिक नूं असीं की बोलते हैं, वॉश टेक्नीक बोलते हैं। यही वॉश टेक्नीक पेंटिंग च की लेके आती ने, हारमोनी लेके आती ने। जिवें कि मैंने मैंशन भी किया हुआ है, हैज़ बीन यूज टू ब्रिंग द हारमोनी इन द पेंटिंग। एक एकता की भावना, एक विश्वास की भावना, एक एकसूरता की भावना ये दर्शाई जाती है। लाइट एंड शेड कलर कहने का मतलब लाइट एंड शेड कलर का मतलब कि यही चीज़ दसी गई है कि ये कोई भी ब्राइट कलर नहीं यूज़ किया गया, कोई भी गॉजी कलर नहीं यूज़ किया गया, सिर्फ वही पेंटिंग यूज़ की गई जो पेंटिंग की लेके आती ने, सॉफ्टनेस लेके आती ने ताकि सामने वाले बंदे को बहुत ही ब्राइटनेस न लगे अखा दे विच। लाइट विथ शेड इस तरह का होगा ताकि पेंटिंग सारी ओवरऑल की लगे, सही लगे। ये तो थोड़े वास्ते मेरे नाल पॉइंट सी करैक्टरिस्टिक दे विच। हुण मैं गल करा तो बंगौर स्कूल ऑफ आर्ट के कुछ ड्रॉबैक भी निकले ने और ड्रॉबैक केड़े ने। पर अगर मैं ड्रॉबैक नूं हट के अगे लिखा तो बिगिनर भी जी पेंटिंग स्टार्ट की गई सी। देखो शुरुआत में जो भी आप काम स्टार्ट करते हैं वो मोस्टली अट्रैक्टिव लगता है, पर काम के अकॉर्डिंग अट्रैक्टिव लगता है, लेकिन कुछ एजे पॉइंटर आते हैं, इंडियन आर्टिस्ट आते हैं जिन्होंने इस कुछ ना कुछ ड्रॉबैक लियाते। और ड्रॉबैक केड़े ने आओ तुहाडे नाल शेयर करूँगा नीचे। पहली गल तो आप देखते हैं 19वीं सेंचुरी के बंगौर स्कूल आर्ट के किहड़े मेन पॉइंट सी, किहड़े पॉइंटर सी जिन्होंने इंडियन आर्टिस्ट को अगे, आई मीन टू इंडियन आर्ट को अगे लेके आए। तो साढ़े सामने कुछ नाम ने, और नाम किहड़े ने? रविंद्रनाथ टैगोर जो रविंद्रनाथ टैगोर के नैफ्यू सीगे, गजेंद्र नाथ टैगोर, अशित कुमार हैल्दर, के विडप्पा, नंदलाल बोस, उस तो बाद शारदा चरण उकिल, जामिनी रॉय। ये कुछ प्रोमिनेंट बंदे सी, फाउंडर सी जिन्हें इंडियन आर्ट में काफ़ी सारा की किया, इंकरेज किया, उन्होंने वध चक के प्रोत्साहित किया। लेकिन बाद में जोड़े आर्टिस्ट आए सी, बट द लेटर आर्टिस्ट जोड़े बाद में आए सी कुड नॉट पेंट विद दैट स्टैंडर्ड। जोड़ा स्टैंडर्ड इन्होंने बनाए से उपर वाले बंदे ने, वो स्टैंडर्ड लेटर वाले आर्टिस्ट नहीं बना पाए। कारण की होया? यही कारण होया कुछ फिगर्स की रह गई, थिन रह गई, या कुछ फिगर्स उन्होंने दोबारा उन्होंने किसी दी फिगर जी है बाजू लॉन्ग हो गई, या किसी की अखा खुली रह गई, या ब्राइट कलर की जगह पर डीम कलर यूज कर लिया। ठीक है, ये कुछ चीज़ा ने, ये कुछ आर्ट ने जो एक बंदे को या कहने मतलब इंडियन आर्ट को की बनादियां ने, अनअट्रैक्टिव बनादियां ने, जो मैंने थोड़े नाल ओह किहदे विच रखिया, ड्रॉबैक दे विच रखिया। उस तो बाद नैक्सट पॉइंट अगर मैं गल करा तो थोड़े सामने आऊगा कंट्रीब्यूशन की होया इंडियन आर्टिस्ट का नैशनल फ्रीडम स्ट्रगल दे विच। हुण अगर गल की जाए नैशनल फ्रीडम स्ट्रगल की, तो अगर मैं गल करा ये पंजाबी च असीं बोलते हैं राष्ट्रीय आज़ादी संघर्ष की, तो ये उस टाइम का जो जीवन सीगा, उस टाइम के जो इंडियन आर्टिस्ट का जीवन सीगा वो फुल द फुल किसी स्ट्रगलर वाला सी। स्ट्रगल मतलब कुछ ना कुछ वो लड़ाई करते ही रहते सी, मतलब कि फुल ऑफ पैट्रियटिज्म सीगा, पूरा का पूरा कहने का मतलब देशभक्ति वाला स्ट्रगल सीगा। यह टाइम पीरियड जोड़ा सी जिन्होंने की बोलते हैं नैशनल फ्रीडम स्ट्रगल बोलते हैं। ये नैशनल फ्रीडम स्ट्रगल के इंडियन आर्टिस्ट का की हथ रहा है, मतलब कि उन्होंने किहड़ी कंट्रीब्यूशन की। आओ थोड़े सामने शुरू करिए। तो नैशनल फ्रीडम स्ट्रगल की गल करा तो जोड़े इंडियन आर्टिस्ट का कंट्रीब्यूशन सीगा वो की डिपिक्ट करता पेंटिंग के एक सोशल लाइफ में, जिवें कि तुहानूं दस्सिया सीगा, एक इकनॉमिक लाइफ में दस्सिया सीगा, एक सोसाइटी की इन्वायरमेंट में डिपिक्ट करता है। उस टाइम का जो जीवन सीगा, ठीक है, फुल पैट्रियटिज्म का सीगा, देशभक्ति का सीगा। देशभक्ति का किवें
कि ਜਿਹੜੇ ਇੰਡੀਅਨ ਆਰਟਿਸਟ ਸੀਗੇ ਜਾਂ ਕਹਿਣ ਦਾ ਇੱਕ ਹਿੰਦੂ ਪਰਿਵਾਰ ਸੀਗਾ ਜਾਂ ਕਹਿ ਸਕਦੇ ਹੋ ਕਿ ਇੰਡੀਅਨ ਪਰਿਵਾਰ ਸੀਗਾ ਉਹ ਸਾਰਾ ਕੀ ਕਰਦਾ ਪਿਆ ਸੀਗਾ ਪੂਰੀ ਦੀ ਪੂਰੀ ਸਟਰਗਲਿੰਗ ਕਰਦਾ ਸੀ ਤਾਂ ਕਿ ਕੋਈ ਨਾ ਕੋਈ ਲੀਡਰਸ਼ਿਪ ਐਸੇ ਪੈਦਾ ਹੋਵੇ ਜੋ ਇੰਡੀਆ ਨੂੰ ਕਿੱਥੇ ਤੱਕ ਲੈ ਕੇ ਜਾ ਸਕੇ ਜਾਂ ਇੰਡੀਆ ਆਪਦਾ ਦੇਸ਼ ਹੋਵੇ ਜਿੱਥੋਂ ਬ੍ਰਿਟਿਸ਼ਰ ਕੀ ਹੋ ਜਾਣ ਬਾਹਰ ਹੋ ਜਾਣ ਜਾਂ ਬ੍ਰਿਟਿਸ਼ਰ ਬਾਹਰ ਕੱਢ ਦਿੱਤੇ ਜਾਣ ਠੀਕ ਹੈ। ਤੇ ਇੱਕ ਐਸਾ ਫੇਸ ਆਇਆ ਜਿੱਥੇ ਇੱਕ ਮੂਵਮੈਂਟ ਚਲਾਈ ਗਈ ਜੋ ਮੂਵਮੈਂਟ ਇੱਕ ਪੇਂਟਿੰਗ ਦੀ ਫਾਰਮ ਦੇ ਵਿੱਚ ਰੱਖੀ ਗਈ। ਕਿਹੜੀ ਫਾਰਮ ਦੇ ਵਿੱਚ ਰੱਖੀ ਗਈ? पेंटिंग की फॉर्म के रखी गई। उस पेंटिंग में असी स्वदेशी मूवमेंट की पेंटिंग भी बोल सकते हैं या कहना दूसरा नाम की होएगा उसनों असी नैशनल मूवमेंट की पेंटिंग भी कह सकते हैं। ये सारी पेंटिंगा एक डिपिक्ट की गई एक बंदे द्वारा जो साडे कोल सी पॉइनर सी उन्होंने नाम की सीगा अमरिंदर नाथ टैगोर। ये ध्यान रखना उन्होंने द्वारा ये मूवमेंट चलाई गई सी। उस मूवमेंट में असी की बोलते हैं शांति निकेतन की मूवमेंट तो रविंद्र नाथ टैगोर ने कराई सी। स्वदेशी मूवमेंट की गल की सी ਉਹ ਉਹਨਾਂ ਦੇ ਨੈਫਿਊ ਅਮਰਿੰਦਰ ਟੈਗੋਰ ਨੇ ਕੀਤੀ ਸੀ। ਤਾਂ ਅਗਰ ਨੈਸ਼ਨਲ ਫਰੀडम ਸਟਰਗਲ ਦੀ ਗੱਲ ਕਰੀਏ ਤਾਂ ਇੰਡੀਅਨ ਲੀਡਰਸ ਜੋ ਕੌਣ ਸੀਗੇ ਮਹਾਤਮਾ ਗਾਂਧੀ ਸੀਗੇ, ਜਵਾਹਰ ਲਾਲ ਨਹਿਰੂ ਸੀਗੇ। ਉਹਨਾਂ ਨੇ ਵੀ ਇਹਨਾਂ ਦੀ ਜੋ ਇੰਡੀਅਨ ਆਰਟ ਨੂੰ ਕੀ ਕੀਤਾ ਸੀਗਾ ਫੀਲਿੰਗਸ ਨੂੰ ਸਮਝਿਆ ਸੀਗਾ ਔਰ ਇਹ ਵੀ ਦੱਸਿਆ ਸੀਗਾ ਕਿ ਤੁਹਾਡੇ ਆਪਣੇ ਆਰਟ ਨੂੰ ਅਸੀਂ ਜਗ੍ਹਾ ਫੈਲਾਵਾਂਗੇ ਤਾਂ ਕਿ ਇਹਨਾਂ ਆਰਟਿਸਟ ਨੂੰ ਕੀ ਮਿਲੇ ਗਰੋਇੰਗ ਪਪੂਲੈਰਿਟੀ। ਇਹਨਾਂ ਆਰਟਿਸਟ ਨੂੰ ਕੀ ਮਿਲੇ ਵੱਧ ਤੋਂ ਵੱਧ ਲੋਕਪ੍ਰਿਯਤਾ ਮਿਲੇ ਔਰ ਵੱਧ ਤੋਂ ਵੱਧ ਲੋਕ ਇਸ ਨੂੰ ਕੀ ਕਰਨ ਇਨਕਰੇਜ ਕਰਨ ਜਾਂ ਕਹਿਣ ਦਾ ਮਤਲਬ ਕਾਫੀ ਹੱਦ ਤੱਕ ਇਹਨੂੰ ਕੀ ਕੀਤਾ ਜਾ ਸਕੇ ਆਈ ਮੀਨ ਟੂ ਸੇ ਅੰਡਰਸਟੈਂਡ ਕੀਤਾ ਜਾ ਸਕੇ। ਬਟ ਕਹਿਣ ਦਾ ਮਤਲਬ ਫਿਰ ਵੀ ਉਹਨਾਂ ਨੂੰ ਪ੍ਰੋਪਰ ਵੇ ਨਾਲ ਕੀ ਨਹੀਂ ਮਿਲੀ, ਪ੍ਰੋਤਸਾਹਿਤ ਨਹੀਂ ਕੀਤਾ ਗਿਆ, ਪ੍ਰੋਪਰ ਵੇ ਨਾਲ ਉਹਨਾਂ ਨੂੰ ਇਨਕਰੇਜ ਨਹੀਂ ਕੀਤਾ ਗਿਆ। ਕਾਰਨ ਕਿਉਂਕਿ ਉਸ ਟਾਈਮ ਦੇ ਵਿੱਚ ਕੌਣ ਸੀਗੇ ਮੁਗਲ ਵੀ ਰਾਜ ਕਰਕੇ ਗਏ ਸੀ। ਉਸ ਤੋਂ ਬਾਅਦ ਕੌਣ ਸੀਗੇ ਸਾਡੇ ਆਪਣੇ ਬ੍ਰਿਟਿਸ਼ਰ ਸੀਗੇ। ਕਾਰਨ ਬ੍ਰਿਟਿਸ਼ਰ ਨੇ ਆਪਣੀ ਪੇਂਟਿੰਗਾਂ ਲਾਂਚ ਕੀਤੀਆਂ, ਉਹਨਾਂ ਨੇ ਇੰਡੀਅਨ ਮਿਨੀਏਚਰ ਆਰਟ ਨੂੰ ਕੀ ਕਰ ਦਿੱਤਾ ਗਿਆ ਡਿਕਲਾਈਨ ਕਰਤਾ। ਮਤਲਬ ਕਿ ਉਹਨਾਂ ਨੇ ਕੰਮ ਉੱਤੇ ਕੀ ਲਗਾ ਦਿੱਤਾ ਥੱਪਾ ਲਗਾ ਦਿੱਤਾ ਵੀ ਤੁਹਾਡਾ ਕੰਮ ਅੱਛਾ ਨਹੀਂ ਹੈ। ਈਵਨ ਕਿ ਬ੍ਰਿਟਿਸ਼ਰ ਦੇ ਆਉਣ ਤੇ ਸਾਡੇ ਇੰਡੀਅਨ ਐਜੂਕੇਸ਼ਨ ਸਿਸਟਮ ਵੀ ਕੀ ਕਰ ਦਿੱਤਾ ਗਿਆ ਚੇਂਜ ਕਰ ਦਿੱਤਾ ਗਿਆ ਜੋ ਇੱਕ ਸਭ ਤੋਂ ਬੜਾ ਮਜ਼ਾਕ ਸੀ ਜਾਂ ਮਜ਼ਾਕ ਹੈ ਸਾਡੇ ਵਾਸਤੇ ਅੱਜ ਤੱਕ ਇੰਡੀਅਨ ਦੀ ਹਿਸਟਰੀ ਦੇ ਵਿੱਚ। ਹੁਣ ਜਿਵੇਂ ਕਿ ਤੁਹਾਡੇ ਸਾਹਮਣੇ ਮੈंने ਮੈਂਸ਼ਨ ਕੀਤਾ ਕਿ ਬੰਗਾਲ ਸਕੂਲ ਆਰਟ ਦੇ ਵਿੱਚ ਕਿਹੜੀ ਚੇਂਜਸ ਆਈਆਂ ਤਾਂ ਫਸਟ ਚੇਂਜ ਇਹੀ ਆਈ ਦੇ ਚੇਂਜ ਦਾ ਐਜੂਕੇਸ਼ਨ ਸਿਸਟਮ। ਬ੍ਰਿਟਿਸ਼ਰ ਦੇ ਆਉਣ ਤੇ ਸਾਡੀ ਐਜੂਕੇਸ਼ਨ ਸਿਸਟਮ ਵੀ ਕੀ ਹੋ ਗਿਆ ਚੇਂਜ ਹੋ ਗਿਆ। ਈਵਨ ਕਿ ਇੱਕ ਰੈਡੀਕੂਲਸ ਸੀ ਸਭ ਦੇ ਵਾਸਤੇ ਜਿਸ ਵਾਸਤੇ ਅਸੀਂ ਕੀ ਹੈ ਜਾਣੇ ਜਾਂਦੇ ਹਾਂ। ਮਤਲਬ ਕਿ ਹਰੇਕ ਇੰਡੀਅਨ ਬੰਦੇ ਨੇ ਕੀ ਕੀਤਾ ਕਾਮਨ ਪੀਪਲ ਇਸ ਨੂੰ ਕੀ ਕੀਤਾ ਫੀਲ ਇਨਫੀਰੀਅਰ। ਈਵਨ ਕਿ ਅੱਜ ਵੀ ਅਗਰ ਆਪਾਂ ਦੇਖਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਵੈਸਟਰਨ ਸਟਾਈਲ ਨੂੰ ਹੀ ਪਸੰਦ ਕਰਦੇ ਹਾਂ ਰੈਦਰ ਦੈਨ ਬੀਇੰਗ ਇੰਡੀਅਨ ਸਟਾਈਲ ਨੂੰ। ਉਹਨਾਂ ਦੇ ਕੱਪੜੇ ਪਾਣੇ ਠੀਕ ਹੈ ਉਹਨਾਂ ਦੀ ਤਰ੍ਹਾਂ ਅਸੀਂ ਬੋਲਦੇ ਇੰਗਲਿਸ਼ ਨੂੰ। ਦੈਨ ਉਸ ਤੋਂ ਬਾਅਦ ਅੱਜ ਵੀ ਇੰਡੀਅਨ ਯੂਥ ਹੈ ਆਪਣੀ ਲਿਟਰੇਚਰ ਦੇ ਵਿੱਚ ਇੰਗਲਿਸ਼ ਨੂੰ ਫਸਟ ਆਪਸ਼ਨ ਰੱਖਦੀ ਜਦਕਿ ਹਿੰਦੀ ਨੂੰ ਲਾਸਟ ਆਪਸ਼ਨ ਆਈ ਮੀਨ ਟੂ ਸੇ ਸੈਕਿੰਡ ਆਪਸ਼ਨ ਰੱਖਦੀ ਹੈ। ਈਵਨ ਦੀ ਲਿਟਰੇਚਰ ਇੰਡੀਅਨ ਯੂਥ ਪ੍ਰੈਫਰ ਵੈਸਟਰਨ ਕਲਚਰ ਦੀ ਰਹਿਣਾ ਸਟਾਰਟ ਕਰਦੇ ਆ। ਉਹਨਾਂ ਦੇ ਗਾਣੇ ਸੁਣਦੇ ਆ, ਉਹਨਾਂ ਦੀ ਫਿਲਮਾਂ ਦੇਖਦੇ ਆ ਜਾਂ ਉਹਨਾਂ ਦੇ ਕੱਪੜੇ ਪਾਉਂਦੇ ਆ, ਉਹਨਾਂ ਦੀ ਤਰ੍ਹਾਂ ਰਹਿਣਾ ਸਿੱਖਦੇ ਆ। ਈਵਨ ਕਿ ਇੰਡੀਆ ਤੋਂ ਬਹੁਤ ਜ਼ਿਆਦਾ ਪਿਛੜੇ ਵੀ ਹੋਏ ਆ। ਤਾਂ ਇਹੀ ਕਾਰਨ ਸੀ ਕਿ ਬੰਗਾਲ ਸਕੂਲ ਨੂੰ ਵੱਧ ਤੋਂ ਵੱਧ ਇੱਕ ਗ੍ਰੇਟਰ ਰੋਲ ਦੇਣਾ ਤਾਂ ਕਿ ਇੰਡੀਅਨ ਨੈਸ਼ਨਲ ਮੂਵਮੈਂਟ ਦੇ ਵਿੱਚ ਕੀ ਆ ਸਕੇ ਵੱਧ ਤੋਂ ਵੱਧ ਕੰਟਰੀਬਿਊਸ਼ਨ ਮਿਲ ਸਕੇ, ਵੱਧ ਤੋਂ ਵੱਧ ਐਕਸਟੈਂਡ ਕਰ ਸਕੀਏ ਜਾਂ ਵੱਧ ਤੋਂ ਵੱਧ ਕੀ ਕਰ ਸਕੀਏ ਉਸ ਚੀਜ਼ ਨੂੰ ਇਨਕਰੇਜ ਕਰ ਸਕੀਏ। ਜਿਸ ਕਰਕੇ ਕੀ ਹੋਇਆ ਤਾਂ ਸਭ ਤੋਂ ਪਹਿਲਾਂ ਅਮਰਿੰਦਰ ਨਾਥ ਟੈਗੋਰ ਦੇ ਆਈ ਮੀਨ ਟੂ ਸੇ ਕਹਿਣ ਦਾ ਮਤਲਬ ਐਫਰਟਸ ਦੇ ਨਾਲ ਸਭ ਤੋਂ ਪਹਿਲਾਂ ਇੱਕ ਨੈਸ਼ਨਲ ਮੂਵਮੈਂਟ ਦੀ ਹੈਲਪ ਕੀਤੀ ਗਈ। ਉਸ ਨੈਸ਼ਨਲ ਮੂਵਮੈਂਟ ਨੂੰ ਅਸੀਂ ਕੀ ਬੋਲਦੇ ਹਾਂ ਹੀ ਵਾਜ਼ ਦਾ ਫਾਊਂਡਰ ਆਫ ਬੰਗਾਲ ਸਕੂਲ ਔਰ ਬੰਗਾਲ ਸਕੂਲ ਦੇ ਆਰਟਿਸਟ ਵੀ ਸੀਗੇ। ਉਸ ਤੋਂ ਬਾਅਦ ਤੁਹਾਡੇ ਆਪਣੇ ਇੰਡੀਅਨ ਸੋਸਾਇਟੀ ਆਫ ਪ੍ਰਿੰਟਡ ਆਰਟ ਦੇ ਵੀ ਕੌਣ ਸੀਗੇ ਫਾਊਂਡਰ ਸੀ ਕੌਣ ਅਮਰਿੰਦਰ ਨਾਥ ਟੈਗੋਰ। ਕਲੀਅਰ ਹੈ ਬੇਟੇ ਸਭ ਨੂੰ। ਆਈ ਹੋਪ ਕਿ ਐਜ਼ ਆ ਜਿਹੜਾ ਲੈਕਚਰ ਹੈ ਬੰਗਾਲ ਸਕੂਲ ਆਫ ਆਰਟ ਦਾ ਉਹਦੀ ਫਸਟ ਵੀਡੀਓ ਤੁਹਾਡੇ ਸਾਹਮਣੇ ਅੱਜ ਰੱਖੀ ਗਈ ਹੈ ਸੀ ਠੀਕ ਹੈ। ਆਈ ਹੋਪ ਕਿ ਤੁਹਾਨੂੰ ਸਮਝ ਵੀ ਆਇਆ ਹੋਊਗਾ। ਫਿਰ ਵੀ ਅਗਰ ਕੋਈ ਡਾਊਟ ਹੈ ਕਿਸੇ ਨੂੰ ਵੀ ਤਾਂ ਇਸ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ WhatsApp ਗਰੁੱਪ ਦਿੱਤਾ ਹੋਇਆ ਠੀਕ ਹੈ। ਉਹਨਾਂ ਨੂੰ ਤੁਸੀਂ ਲਿੰਕ ਨੂੰ ਜੁਆਇਨ ਕਰ ਸਕਦੇ ਹੋ ਜੋ ਇੱਕ ਬਤੌਰ ਫ੍ਰੀ ਗਰੁੱਪ ਹੈ ਕਿੰਨਾ ਦਾ ਆਰਟ ਐਂਡ ਕਰਾਫਟ ਵਾਲੇ ਦਾ। ਦੈਨ ਉਸ ਤੋਂ ਬਾਅਦ ਫਿਰ ਵੀ ਅਗਰ ਡਾਊਟ ਹੋ ਰਿਹਾ ਹੈ ਤਾਂ ਫਿਰ ਤੁਸੀਂ ਇਸ ਕੰਟੈਕਟ ਨੰਬਰ 'ਤੇ ਕੋਈ ਵੀ ਡਾਊਟ ਅਗਰ ਹੈਗਾ ਤਾਂ ਪੁੱਛ ਸਕਦੇ ਹੋ। ਇਸ WhatsApp ਗਰੁੱਪ ਦੇ ਵਿੱਚ PDF ਫਾਈਲ ਇੱਕ ਕਰਕੇ ਤੁਹਾਨੂੰ ਥੋੜਾ ਮਿਲਦਾ ਰਹੇਗਾ ਹਿੰਟ ਦੇ ਕਰਨੀ ਤੋਂ ਵੀ ਐਕਚੁਅਲੀ ਵਿੱਚ ਇੰਡੀਅਨ ਕਰਾਫਟ ਵਿੱਚ ਹੁੰਦਾ ਕੀ ਸੀਗਾ ਠੀਕ ਹੈ ਜੀ। ਕਲੀਅਰ ਹੈ ਵੀ ਚਲੋ ਜੀ ਥੈਂਕ ਯੂ ਸੋ ਮਚ।